ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਨਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਦਸਵੇਂ ਗੁਰੂ ਉਤਾਰੀ ਧੂਮ, ਰਾਜ ਕਰਨ ਕੋ ਸ਼ੀਨਤ ਭੂਮ। ਗਿਰ ਗੇ ਦੇਸ਼ ਜੇ ਗ੍ਰਾਮ ਉਜਾਰੇ, ਲੂਟੈ ਕੂਟੈ ਸਭ ਹਮ ਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਛਤਰ ਚਾਵਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀਓ, ਵੱਡੇ ਭਾਗ ਹਨ। ਨੌਵੇਂ ਪਾਤਸ਼ਾਹ
ਧਰਮ ਦੀ ਚਾਦਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪ ਜੀ ਸਰੀਰ ਸਵਾਸ ਸਫਲੇ ਬਣਾ ਰਹੇ ਹੋ। ਸਤਿਗੁਰਾਂ ਦੀ ਅਪਾਰ ਕਿਰਪਾ ਹੈ। ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਹੋਇਆ ਹੈ। ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਜੀਵਨ ਇਤਿਹਾਸ ਨੂੰ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਗੁਰਸਿੱਖਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਮਹਾਰਾਜ ਜੀਆਂ ਨੇ ਜੋ ਗੁਰਸਿੱਖਾਂ ਦੇ ਮਨ ਵਿੱਚ ਸੰਸ਼ੇ ਸਨ, ਸੰਸ਼ਿਆਂ ਦੀ ਨਿਵਰਤੀ ਕੀਤੀ, ਸਵਾਲਾਂ ਦਾ ਜਵਾਬ ਦਿੱਤਾ ਹੈ। ਮੁੰਡਨ ਦੀ ਕਿਰਿਆ ਜਿਹੜੀ ਸੀ, ਰਾਜੇ ਨੰਦ ਜੋ ਪਾਂਡਵਾਂ ਦੀ ਕੁਲ ਵਿੱਚੋਂ 6ਵੀਂ ਪੀੜ੍ਹੀ ਸੀ ਪਾਂਡਵਾਂ ਦੀ, ਜਿਸ ਦੇ ਸਮੇਂ ਮੁੰਡਨ ਦੀ ਜਿਹੜੀ ਪ੍ਰਥਾ ਸੀ ਉਹ ਸ਼ੁਰੂ ਹੋਈ। ਇੱਕ ਤਾਂ ਬ੍ਰਾਹਮਣਾਂ ਨੂੰ ਸਜ਼ਾ ਦਿੱਤੀ ਗਈ ਔਰ ਬ੍ਰਾਹਮਣਾਂ ਨੇ ਹੀ ਧਰਮ ਸਮਝ ਲਿਆ ਕਿ ਜਿਹੜਾ ਮੁੰਡਨ ਦੀ ਕਿਰਿਆ ਕਰਾਉਂਦਾ ਹੈ, ਸਾਡੇ ਦੱਸੇ ਅਨੁਸਾਰ ਅਨੇਕਾਂ ਤਰ੍ਹਾਂ ਦੀ ਵਿਧੀ ਜਾਗਾ ਤੀਰਥ ਯਾਤਰਾ ਕਰਮ ਕਾਂਡਾਂ ਦੇ ਵਿੱਚ ਸੰਸਾਰੀ ਜੀਵਾਂ ਨੂੰ ਉਲਝਾ ਦਿੱਤਾ। ਔਰ ਜਿੱਥੇ ਮੁਕਾਬਲਾ ਕਰਨਾ ਸੀ ਆਪਣੇ ਧਰਮ ਦੀ ਰਾਖੀ ਦੀ ਖਾਤਰ, ਉੱਥੇ ਇਹਨਾਂ ਨੇ ਆਤਮ ਸਮਰਪਣ ਜਿਹੜਾ ਸੀ ਰਾਜੇ ਨੰਦ ਦੇ ਅੱਗੇ ਕਰ ਦਿੱਤਾ। ਸਤਿਗੁਰੂ ਜੀ ਘੋੜੇ 'ਤੇ ਸਵਾਰ ਹੋਏ ਸ਼ਿਕਾਰ ਖੇਡਣ ਵਾਸਤੇ ਚੜ੍ਹੇ ਹਨ। ਦੂਣ ਦੇ ਵਿੱਚ ਦੂਰ ਦੂਰ ਤੱਕ ਫੌਜਾਂ ਸ਼ਿਕਾਰ ਖੇਡਦੀਆਂ। ਜਦੋਂ ਵਕੀਲ ਜਾ ਕਰਕੇ ਭੀਮ ਚੰਦ ਨੂੰ ਦੱਸਦੇ, ਮਨ ਦੇ ਵਿੱਚ ਭੀਮ ਚੰਦ ਦੇ ਬੜੇ ਹੌਲ ਪੈਂਦੇ। ਗੁਰੂ ਸਾਹਿਬ ਜੀ ਦੇ ਦਰਬਾਰ ਦੀ ਵੱਧਦੀ ਹੋਈ ਸੋਭਾ ਵਡਿਆਈ, ਸਤਿਗੁਰਾਂ ਦੀ ਫੌਜ ਦੇ ਵਿੱਚ ਵਾਧਾ ਔਰ ਸ਼ਾਸਤਰ ਵਿੱਦਿਆ ਦਾ ਅਭਿਆਸ ਨਿੱਤ ਕਰਨਾ, ਘੋੜ ਸਵਾਰੀ ਕਰਨੀ, ਨੇਜੇਬਾਜ਼ੀ, ਸ਼ਾਸਤਰ ਵਿੱਦਿਆ, ਦੋ ਪਾਸੇ ਸੂਰਮੇ ਆਪਸ ਵਿੱਚ ਭਿੜਦੇ ਅਭਿਆਸ ਕਰਦੇ। ਇਉਂ ਦੇਖ ਕਰਕੇ ਭੀਮ ਚੰਦ ਪਹਾੜੀ ਰਾਜੇ ਬੜੇ ਦੁਖੀ ਹੁੰਦੇ ਔਰ ਫਿਰ ਨੇੜੇ ਨੇੜੇ ਦੇ ਜਿਹੜੇ ਸੂਬੇ ਸਨ ਉਹਨਾਂ ਦੇ ਪਾਸ ਜਾ ਕਰਕੇ ਉਹਨਾਂ ਦੀ ਖੁਸ਼ਾਮਦ ਕਰਨੀ, ਵਕੀਲ ਭੇਜਣੇ ਆਪਣੇ, ਉਹਨਾਂ ਦੇ ਪਾਸੋਂ ਮਦਦ ਮੰਗਣੀ। ਸਰਹੰਦ ਦਾ ਸੂਬਾ ਹੈ, ਜਲੰਧਰ ਦਾ ਸੂਬਾ, ਪਿਸ਼ਾਵਰ ਦਾ ਸੂਬਾ, ਲਾਹੌਰ ਦਾ ਸੂਬਾ, ਇਹਨਾਂ ਕੋਲ ਜਾ ਕਰਕੇ ਗੁਹਾਰ ਲਾਉਣੀ ਕਿ ਸਾਡੀ ਮਦਦ ਕਰੋ, ਸਾਨੂੰ ਬਚਾਓ। ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦਾ ਸਾਨੂੰ ਡਰ ਜਿਹੜਾ ਹੈ ਉਹ ਭੈਭੀਤ ਕਰ ਰਿਹਾ ਹੈ। ਨਰੰਗੇ ਦੇ ਪਾਸ ਆਪਣੇ ਵਕੀਲ ਭੇਜਣੇ। ਐਸਾ ਨਾ ਹੋਵੇ ਸਾਡਾ ਰਾਜ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਖੋਣਾ ਹੀ ਹੈ। ਹਾਲਾਂਕਿ ਮਹਾਰਾਜ ਜੀ ਕਿਸੇ ਨੂੰ ਡਰਾਉਂਦੇ ਨਹੀਂ ਹਨ। ਸਤਿਗੁਰਾਂ ਦਾ ਫੌਜ ਭਰਤੀ ਕਰਨਾ ਕੋਈ ਆਪਣੀ ਰਾਜਸੀ ਠਾਠ ਬਾਠ ਦਿਖਾਉਣਾ ਨਹੀਂ ਹੈ, ਸਵੈ ਰੱਖਿਆ ਵਾਸਤੇ। ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ, ਜ਼ੁਲਮ ਦੀ ਹੱਦ ਨਾ ਰਹੇ, ਉਦੋਂ ਫਿਰ ਧਰਤੀ ਨੇ ਵੀ ਪੁਕਾਰ ਕੀਤੀ ਕਿ ਮੇਰੀ ਰੱਖਿਆ ਕਰੋ ਆ ਕਰਕੇ। ਔਰ ਫਿਰ ਵਾਰ-ਵਾਰ ਪਰਮੇਸ਼ਰ ਨੂੰ ਆਪਣਾ ਰੂਪ ਧਾਰਨ ਕਰਕੇ ਲੁਕਾਈ ਦੀ ਰੱਖਿਆ ਵਾਸਤੇ ਪਰਮੇਸ਼ਰ ਨੂੰ ਆਪ ਆਉਣਾ ਪਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਧਰਮ ਚਲਾਵਨ, ਸੰਤ ਉਵਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ ਵਾਸਤੇ, ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਮਹਾਰਾਜ ਜੀ ਧਰਤੀ 'ਤੇ ਅਵਤਰਪ ਹੋਏ। ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰ ਚੁਰ ਕਰਵੇ ਕੋ ਸਾਜਾ।
ਪੰਥ ਸਾਜਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੂੰ ਅਕਾਲ ਪੁਰਖ ਪਰਮੇਸ਼ਰ ਨੇ ਆਪ ਭੇਜਿਆ ਔਰ ਸਤਿਗੁਰੂ ਜੀ ਆ ਕਰਕੇ ਧਰਮ ਦੀ ਰਾਖੀ ਵਾਸਤੇ, ਦੂਸਰਿਆਂ ਦੇ ਧਰਮ ਦੀ ਰਾਖੀ ਵਾਸਤੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਸ਼ਹਾਦਤ ਦੇਣ ਵਾਸਤੇ ਤੋਰਨਾ ਬੜੀ ਵੱਡੀ ਕੁਰਬਾਨੀ ਹੈ ਸਤਿਗੁਰਾਂ ਦੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਕਿਸੇ ਨੂੰ ਡਰਾਉਣਾ ਨਹੀਂ ਕਿ ਸਤਿਗੁਰੂ ਜੀ ਫੌਜ ਭਰਤੀ ਕਰਦੇ ਕਿਸੇ ਦਾ ਰਾਜ ਭਾਗ ਖੋਣਗੇ। ਉਹ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੀ ਸਿੱਖਿਆ ਅਨੁਸਾਰ ਭੈ ਕਾਹੂ ਕਉ ਦੇਤ ਨਹਿ ਭੈ ਮਾਨ ਧਿਆਨ, ਕਿਸੇ ਨੂੰ ਭੈ ਦੇਣਾ ਨਹੀਂ ਹੈ ਔਰ ਕਿਸੇ ਦਾ ਭੈ ਮੰਨਣਾ ਨਹੀਂ ਹੈ। ਪਰ ਜਦੋਂ ਜ਼ੁਲਮ ਦੀ ਹੱਦ ਨਾ ਰਹੇ, ਜਦੋਂ ਜ਼ੁਲਮ ਜਿਹੜਾ ਸਿਰ ਉੱਪਰੋਂ ਦੀ ਲੰਘ ਜਾਏ, ਫਿਰ ਤਲਵਾਰ ਦੇ ਮੁੱਠੇ ਨੂੰ ਹੱਥ ਜਾਣਾ ਜਿਹੜਾ ਉਹ ਜਾਇਜ਼ ਹੈ। ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਬੁਰਦਨ ਅਸਤ ਬਾ ਸ਼ਮਸ਼ੀਰੇ ਦਸਤ। ਫਿਰ ਤਾਂ ਸ਼ਮਸ਼ੀਰ ਦੇ ਦਸਤ ਨੂੰ, ਮੁੱਠੇ ਨੂੰ ਹੱਥ ਜਾਣਾ ਜਿਹੜਾ ਉਹ ਜਾਇਜ਼ ਹੈ ਜਦੋਂ ਜ਼ੁਲਮ ਦੀ ਹੱਦ ਨਾ ਰਹੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਫੌਜਾਂ ਭਰਤੀ ਕਰਨੀਆਂ, ਸ਼ਸਤਰ ਵਿਦਿਆ ਦਾ ਅਭਿਆਸ ਕਰਾਉਣਾ ਔਰ ਪਹਾੜੀ ਰਾਜੇ ਜਿਹੜੇ ਸੀ ਵਾਰ-ਵਾਰ ਜਾ ਕੇ ਗੁਹਾਰ ਲਾਉਂਦੇ, ਸਾਨੂੰ ਬਚਾਓ, ਸਾਨੂੰ ਖਤਰਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਤੋਂ। ਕਿਉਂ ਸਰਕਾਰੇ ਦਰਬਾਰੇ ਜਾਂਦੇ, ਜਾ ਕੇ ਪੁਕਾਰ ਕਰਦੇ। ਜਿਵੇਂ ਨਰੰਗੇ ਦੇ ਦਰਬਾਰ ਵਿੱਚ ਵੀ ਇਹਨਾਂ ਨੇ ਆਪਣੇ ਵਕੀਲ ਭੇਜੇ ਹਨ ਕਿ ਸਾਨੂੰ ਸਾਡੇ ਰਾਜ ਪ੍ਰਬੰਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ ਦਖਲ ਅੰਦਾਜ਼ੀ, ਹਾਲਾਂਕਿ ਮਹਾਰਾਜ ਜੀਆਂ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈ, ਵਧਾ ਚੜ੍ਹਾ ਕੇ ਜਾ ਕੇ ਗੱਲਾਂ ਕਰਨੀਆਂ ਸੂਬਿਆਂ ਦੇ ਦਰਬਾਰ ਵਿੱਚ, ਉਹਨਾਂ ਦੀ ਖੁਸ਼ਾਮਦ ਕਰਨੀ, ਮਹਾਰਾਜ ਜੀਆਂ ਦੀ ਨਿੰਦਾ ਕਰਨੀ ਉੱਥੇ ਜਾ ਕੇ। ਕਿਉਂ ਜਿਹੜੇ ਪਹਾੜੀ ਰਾਜੇ ਹਨ ਨਰੰਗੇ ਦੇ ਦਰਬਾਰ ਵਿੱਚ ਵੀ ਆਪਣੇ ਵਕੀਲ ਭੇਜ ਕਰਕੇ ਜਿਵੇਂ ਪੁਕਾਰਾਂ ਕਰਦੇ, ਉਹ ਵਾਰਤਾ ਕਵੀ ਜੀ ਸਰਵਣ ਕਰਾ ਰਹੇ ਹਨ। ਆਓ ਸਾਧ ਸੰਗਤ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਚੌਪਈ ਦਸਵੇਂ ਗੁਰੂ ਉਤਾਰੀ ਧੂਮ। ਨਰੰਗੇ ਦੇ ਦਰਬਾਰ ਵਿੱਚ ਆਪਣੇ ਵਕੀਲ ਭੇਜੇ, ਜਾ ਕਰਕੇ ਫਰਿਆਦ ਕੀਤੀ ਹੈ। 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਇਲਾਕੇ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਧੂਮ ਮਚਾਈ ਹੋਈ ਹੈ। ਰਾਜ ਕਰਨ ਕੋ ਸ਼ੀਲਤ ਭੂਮ। ਔਰ ਉਹਨਾਂ ਨੇ ਰਾਜ ਕਰਨ ਵਾਸਤੇ ਔਰ ਧਰਤੀ ਦਾ ਰਾਜ ਖੋਹਣ ਵਾਸਤੇ, ਸਾਡੀ ਧਰਤੀ ਜਿਹੜੀ ਹੈ ਖੋਹਣ ਵਾਸਤੇ ਉਹਨਾਂ ਨੇ ਫੌਜਾਂ ਭਰਤੀ ਕੀਤੀਆਂ ਹਨ। ਘਿਰ ਕੇ ਦੇਸ਼ ਜੇ ਗ੍ਰਾਮ ਉਜਾਰੇ। ਪਰਬਤਾਂ ਦੇ ਨੇੜੇ ਨੇੜੇ ਜਿੰਨੇ ਪਿੰਡ ਹਨ, ਸਾਡੇ ਅਧਿਕਾਰ ਖੇਤਰ ਦੇ ਜਿਹੜੇ ਪਿੰਡ ਹਨ, ਗੁਰੂ ਸਾਹਿਬ ਜੀ ਨੇ ਇਹ ਨਗਰ ਗ੍ਰਾਮ ਉਜਾੜ ਦਿੱਤੇ ਹਨ। ਲੁੱਟੈ ਕੂਟੈ ਸਭ ਹਮਹਾਰੇ। ਔਰ ਉਹਨਾਂ ਨਗਰਾਂ ਨੂੰ ਲੁੱਟਦੇ ਹਨ, ਪ੍ਰਜਾ ਨੂੰ ਕੁੱਟਦੇ ਹਨ। ਅਸੀਂ ਸਾਰੇ ਉਹਨਾਂ ਦੇ ਅੱਗੇ ਹਾਰ ਚੁੱਕੇ ਹਾਂ, ਸਾਡੀ ਕੋਈ ਪੇਸ਼ ਨਹੀਂ ਜਾਂਦੀ। ਇਸ ਪ੍ਰਕਾਰ ਨਿਤ ਕਰਤੇ ਰਹੈ। ਇਸ ਤਰ੍ਹਾਂ ਜਾ ਕਰਕੇ ਫਰਿਆਦ ਕਰਨੀ ਹੈ ਨਾ, ਨੇੜੇ ਨੇੜੇ ਦੇ ਸੂਬਿਆਂ ਕੋਲ ਜਾਣਾ ਔਰ ਦਿੱਲੀ ਵਿਖੇ ਜਾ ਕੇ ਫਰਿਆਦੀ ਹੋਣਾ। ਗੁਰ ਸਨ ਸੰਧ ਪਾਰਤਾ ਕਹੈ। ਔਰ ਫਿਰ ਕਦੇ ਗੁਰੂ ਸਾਹਿਬ ਜੀ ਦੇ ਪਾਸ ਵਕੀਲ ਭੇਜਣੇ ਆਪਣੇ ਕਿ ਸਾਡੇ ਨਾਲ ਸੰਧੀ ਕਰ ਲਓ,
ਸਾਡੇ ਨਾਲ ਤੁਹਾਡੀ ਮਿੱਤਰਤਾ ਪੂਰਵਕ ਸੰਬੰਧ ਬਣੇ ਰਹਿਣ। ਇਮਹੀ ਕੀਤਕ ਸਮਾਂ ਬਿਤਾਇਓ। ਇਸ ਤਰ੍ਹਾਂ ਕਾਫੀ ਸਮਾਂ ਜਿਹੜਾ ਬਤੀਤ ਹੋਇਆ ਹੈ। ਸੂਰਜ ਗ੍ਰਹਿਣ ਪਰਬ ਦਿਨ ਆਇਓ। ਸੂਰਜ ਗ੍ਰਹਿਣ ਦਾ ਦਿਨ ਉਹ ਆਇਆ ਹੈ। ਕੁਛ ਕੋ ਸੈਨ ਲੈ ਸਿੰਘਨ ਕੀਰੀ। ਕੁਝ ਸਿੰਘਾਂ ਦੀ ਫੌਜ ਲੈ ਕਰਕੇ ਸਤਿਗੁਰੂ ਜੀ ਭਏ ਤਿਆਰ ਚਲ ਪੇ ਤਿਸ ਫੇਰੀ। ਔਰ ਸਤਿਗੁਰੂ ਜੀ ਨੇ ਤਿਆਰੀ ਕੀਤੀ ਹੈ ਚੱਲਣ ਵਾਸਤੇ। ਸ੍ਰੀ ਗੁਜਰੀ ਮਾਤਾ ਤੇ ਆਦ। ਮਾਤਾ ਗੁਜਰ ਕੌਰ ਜੀ ਆਦ ਪਰਿਵਾਰ। ਰੁਖ ਗੁਰ ਕੋ ਲਖ ਸਦਨ ਆਬਾਦ। ਔਰ ਮਹਾਰਾਜਿਆਂ ਦਾ ਇਹ ਰੁਖ ਦੇਖਦਿਆਂ ਹੋਇਆ ਮਾਤਾ ਜੀ ਔਰ ਪਰਿਵਾਰ ਸਾਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀ ਰਿਹਾ ਹੈ। ਗਮਨੇ ਪ੍ਰਭ ਅਸਵਾਰੀ ਛੜੀ। ਮਹਾਰਾਜਿਆਂ ਨੇ ਘੋੜੇ ਦੀ ਅਸਵਾਰੀ ਸਤਿਗੁਰੂ ਜੀ ਅੱਗੇ ਚੱਲੇ ਹਨ। ਪ੍ਰੇਰ ਤੁਰੰਗ ਬਾਗ ਕਰ ਫੜੀ। ਮਹਾਰਾਜਿਆਂ ਨੇ ਘੋੜੇ ਦੀਆਂ ਵਾਗਾਂ ਫੜੀਆਂ ਔਰ ਘੋੜੇ ਨੂੰ ਪ੍ਰੇਰਿਆ ਹੈ, ਅੱਗੇ ਤੋਰਿਆ ਹੈ। ਮੰਜ਼ਰ ਦੂਰ ਕੀ ਕਰਤ ਸਿਧਾਰੇ। ਔਰ ਪੜਾਦਾਰ ਪੜਾ ਚੱਲਦਿਆਂ ਹੋਇਆ ਸਤਿਗੁਰੂ ਜੀ ਥਾਨੇਸਰ ਦੇ ਅਸਥਾਨ ਤੇ ਮਹਾਰਾਜ ਜੀ ਪਹੁੰਚੇ ਹਨ। ਗ੍ਰਹਿਣ ਬਿਖੈ ਦਿਨ ਅਲਪ ਵਿਚਾਰੇ। ਔਰ ਗ੍ਰਹਿਣ ਦੇ ਜਿਹੜੇ ਦਿਨ ਹਨ, ਸੂਰਜ ਗ੍ਰਹਿਣ ਦਾ ਜਿਹੜਾ ਸਮਾਂ ਸੀ ਉਹ ਦੇਖਦਿਆਂ ਹੋਇਆ ਜਿਸ ਥਨ ਮਹਿ ਤੀਰਥ ਸਮੁਦਾਏ। ਜਿੱਥੇ ਵੱਡਾ ਤੀਰਥ ਹੈ ਥਾਨੇਸਰ ਵਿਖੇ, ਔਰ ਇੱਥੇ ਸੂਰਜ ਗ੍ਰਹਿਣ ਸਮੇਂ ਭਾਰੀ ਮੇਲਾ ਲੱਗਦਾ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੂਰਜ ਗ੍ਰਹਿਣ ਵਿਖੇ ਸਤਿਗੁਰੂ ਜੀ ਹਰਿਦੁਆਰ ਵਿਖੇ ਆਏ ਮਹਾਰਾਜ। ਜਦੋਂ ਭਾਰੀ ਇਕੱਠ ਸੀ ਸਤਿਗੁਰਾਂ ਦਾ ਇੱਥੇ ਆਉਣਾ ਦੁਨੀਆ ਨੂੰ ਇੱਕ ਨਵੀਂ ਸੇਧ ਦੇਣੀ। ਜਿੱਥੇ ਦੁਨੀਆ ਸੂਰਜ ਨੂੰ ਪਾਣੀ ਦਿੰਦੀ ਹੈ, ਮਹਾਰਾਜ ਜੀ ਕਹਿਣ ਲੱਗੇ ਸੱਚ ਦਾ ਗਿਆਨ ਦਿੰਦਿਆਂ ਹੋਇਆ ਸਤਿਗੁਰੂ ਜੀ ਕਰਤਾਰਪੁਰ ਵਾਲੇ ਪਾਸੇ ਮਹਾਰਾਜ ਜੀ ਉੱਧਰ ਨੂੰ ਪਾਣੀ ਦੇਣ ਲੱਗ ਪਏ। ਕਹਿੰਦੇ ਤੁਸੀਂ ਸੂਰਜ ਵਾਲੇ ਪਾਸੇ ਨੂੰ ਪਾਣੀ ਕਿਉਂ ਨਹੀਂ ਦਿੰਦੇ? ਸਾਰੀ ਲੋਕਾਈ ਇੱਧਰ ਨੂੰ ਪਾਣੀ ਦਿੰਦੀ। ਮਹਾਰਾਜ ਜੀ ਕਹਿੰਦੇ ਮੇਰੀ ਖੇਤੀ ਨੇੜੇ ਹੀ ਹੈ, ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਕਿੰਨੀ ਕੁ ਦੂਰ ਹੈ? ਮਹਾਰਾਜ ਜੀ ਕਹਿੰਦੇ ਕਰਤਾਰਪੁਰ ਸਾਹਿਬ ਵਿਖੇ। ਕਹਿਣ ਲੱਗੇ ਇੱਥੋਂ ਤੁਹਾਡਾ ਪਾਣੀ ਜਿਹੜਾ ਹੈ ਖੇਤਾਂ ਨੂੰ ਚਲਿਆ ਜਾਏਗਾ। ਮਹਾਰਾਜ ਜੀ ਕਹਿੰਦੇ ਤੁਹਾਡਾ ਦਿੱਤਾ ਪਾਣੀ ਜੇ ਸੂਰਜ ਤੱਕ ਪਹੁੰਚ ਸਕਦਾ ਫਿਰ ਸਾਡਾ ਖੇਤਾਂ ਨੂੰ ਨਹੀਂ ਜਾ ਸਕਦਾ। ਸਾਰਿਆਂ ਦੇ ਜਿਹੜੇ ਨੇਤਰ ਸੀ, ਸਾਰਿਆਂ ਦੇ ਹਿਰਦੇ ਅੰਦਰ ਗਿਆਨ ਜਿਹੜਾ ਸੀ ਉਹ ਪੈਦਾ ਹੋਇਆ ਕਿ ਸਤਿਗੁਰੂ ਜੀ ਵਾਕਈ ਇਹ ਤਾਂ ਸੱਚ ਹੈ। ਅਸੀਂ ਤਾਂ ਹਨੇਰੇ ਦੇ ਵਿੱਚ ਹੀ ਇਸ ਤਰ੍ਹਾਂ ਕਰਦੇ ਰਹੇ। ਸਤਿਗੁਰੂ ਦਾ ਇੰਨੇ ਭਾਰੀ ਇਕੱਠ ਦੇ ਵਿੱਚ ਆਉਣਾ, ਲੋਕਾਈ ਨੂੰ ਸੱਚ ਰੂਪੀ ਗਿਆਨ ਨਾਲ ਜੋੜਨਾ, ਸੱਚ ਰੂਪੀ ਸੂਰਜ ਨਾਲ ਜੋੜਨਾ ਹੈ, ਨਾ ਕਿ ਇਹ ਸੂਰਜ ਜਿਹੜੇ ਹਨ ਇਹ ਤਾਂ ਚੜ੍ਹਦੇ ਰਹਿੰਦੇ ਛਿਪਦੇ ਰਹਿੰਦੇ, ਲੱਖਾਂ ਹੀ ਸੂਰਜ ਹਨ। ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹਿਰਦੇ ਅੰਦਰ ਸਾਖਸ਼ਾਤ ਪ੍ਰਗਟ ਹੋ ਜਾਏ। ਗੁਰੂ ਸਾਹਿਬਾਂ ਦਾ ਇਹ ਯਤਨ ਸਮਗਰ ਲੋਕਾਈ ਦੇ ਭਲੇ ਵਾਸਤੇ। ਔਰ ਮਹਾਰਾਜ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸੇ ਕਰਕੇ ਇਹ ਦਿਨ ਗੁਰੂ ਸਾਹਿਬ ਜੀ ਨੇ ਚੁਣਿਆ ਹੈ। ਨਗਰ ਥਨੇਸਰ ਮਹਿ ਚਲ ਆਏ। ਥਾਨੇਸਰ ਨਗਰ ਕੁਰਸ਼ੇਤਰ ਵਿਖੇ ਸਤਿਗੁਰੂ ਜੀ ਚੱਲ ਕੇ ਆਏ ਹਨ। ਦੱਖਣ ਦਿਸ਼ ਮਹਿ ਤੀਰਥ ਮਹਾ। ਦੱਖਣ ਦਿਸ਼ਾ ਵਾਲੇ ਪਾਸੇ ਮਹਾਨ ਤੀਰਥ ਹੈ। ਏ ਹਿਤ ਚਾਹਤ ਭੇ ਤਹਾਂ। ਔਰ ਮਹਾਰਾਜ ਜੀ ਇਸ ਸਥਾਨ ਤੇ ਆਏ ਹਨ। ਉਤਰੇ ਪੁੰਜ ਤੀਰ ਨਰ ਨਾਰੀ। ਬਹੁਤ ਸਾਰੇ ਲੋਕ ਇਸ ਸਥਾਨ ਤੇ ਸੂਰਜ ਗ੍ਰਹਿਣ ਸਮੇਂ ਆਏ ਹੋਏ ਹਨ। ਮੇਲਾ ਭਇਓ ਗ੍ਰਹਿਣ ਕੋ ਭਾਰੀ। ਗ੍ਰਹਿਣ ਵਾਲੇ ਦਿਨ ਭਾਰੀ ਮੇਲਾ ਲੱਗਿਆ ਹੋਇਆ ਹੈ। ਪੂਰੇ ਨਗਰ ਤੇ ਭਰੀ ਜਮਾਤ। ਔਰ ਇਸ ਨਗਰ ਵਿਖੇ ਇਸ ਸਥਾਨ ਤੇ
ਜੋਗੀ ਲੋਕਾਂ ਦੀ ਵੀ ਜਮਾਤ ਇੱਕ ਉਤਰੀ ਹੋਈ ਹੈ। ਜੇ ਜੋਗੀ ਜਗ ਮਹਿ ਵਿਖਿਆਤ, ਜਗਤ ਦੇ ਵਿੱਚ ਜਿਨ੍ਹਾਂ ਦਾ ਪੰਥ ਪ੍ਰਗਟ ਹੈ, ਸਿੱਧ ਲੋਕ, ਜੋਗੀ ਲੋਕ, ਇਹ ਵੀ ਇਸ ਸਥਾਨ ਤੇ ਆਏ ਹੋਏ ਹਨ। ਮਦਨ ਨਾਥ ਸਭ ਵਿਖੈ ਮਹੰਤ, ਜਿਨ੍ਹਾਂ ਦਾ ਮਹੰਤ ਹੈ ਮਦਨ ਨਾਥ, ਜਿਹੜਾ ਕਿ ਜੁੜਿਆ ਹੋਇਆ ਹੈ। ਜੋਗੀ ਉਹ ਹੁੰਦਾ ਹੈ ਜਿਹੜਾ ਜੁੜ ਜਾਏ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨਾਲ। ਗੱਲੀ ਜੋਗ ਨਾ ਹੋਏ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਜੋਗੀ ਉਹ ਹੈ ਜਿਹਦੀ ਦ੍ਰਿਸ਼ਟੀ ਜਿਹੜੀ ਹੈ ਸਮਾਨ ਹੋ ਜਾਏ, ਸਭਨਾਂ ਨੂੰ ਸੰਸਰ ਜਾਣੇ, ਬਰਾਬਰ ਜਾਣੇ। ਇਸ ਕਰਕੇ ਮਦਨ ਨਾਥ ਜਿਹੜਾ ਹੈ ਇਹਦੀ ਬਿਰਤੀ ਜੁੜੀ ਹੋਈ ਹੈ, ਭਾਵਨਾ ਵਾਲਾ ਹੈ ਜੋਗੀ। ਤਿਨ ਦੇਖੇ ਆਵਤ ਭਗਵੰਤ, ਇਸ ਨੇ ਦੇਖਿਆ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਭਗਵੰਤ ਸਤਿਗੁਰੂ ਜੀ ਆਏ ਹਨ। ਆਗੇ ਹੋਏ ਮਿਲਿਓ ਤਿਸ ਬਾਰੀ, ਅੱਗੇ ਹੋ ਕਰਕੇ ਮਹਾਰਾਜਿਆਂ ਨੂੰ ਮਿਲਿਆ ਹੈ। ਮੁਖ ਆਦੇਸ਼ ਆਦੇਸ਼ ਉਚਾਰੀ, ਮੁਖੋਂ ਆਦੇਸ਼ ਆਦੇਸ਼, ਨਮਸਕਾਰ ਹੈ, ਨਮਸਕਾਰ ਹੈ, ਉਚਾਰੀ ਹੈ। ਖਰੇ ਭਏ ਅਵਲੋਕ ਗੁਸਾਈ, ਸਤਿਗੁਰੂ ਜੀ ਘੋੜਾ ਰੋਕਿਆ ਮਹਾਰਾਜਿਆਂ ਨੇ, ਦੇਖਦੇ ਹਨ ਮਦਨ ਨਾਥ ਵੱਲ। ਸਤਿਗੁਰ ਕੋ ਆਦੇਸ਼ ਬੁਲਾਈ, ਮਹਾਰਾਜਿਆਂ ਨੂੰ ਆਦੇਸ਼ ਬੁਲਾਈ ਹੈ। ਹੁਣ ਜੋਗੀ ਨੇ ਪੂਜਨ ਕਰੇ, ਫਿਰ ਸਤਿਗੁਰੂ ਜੀ ਨੂੰ ਪੁੱਛਦਾ ਹੈ ਜੋਗੀ, ਪੁਰਕਾ ਸ਼ੇਰਨ ਕੋ ਤਨ ਧਰੇ। ਮਹਾਰਾਜ ਜੀ ਆਪ ਜੀ ਨੇ ਸ਼ੇਰਾਂ ਵਾਲਾ ਬੁਰਕਾ ਜਿਹੜਾ ਹੈ ਉਹ ਪਹਿਨਿਆ ਹੋਇਆ ਹੈ, ਸਿੰਘਾਂ ਵਾਲਾ ਸਰੂਪ, ਕਿਉਂਕਿ ਮਹਾਰਾਜ ਜੀਆਂ ਦਾ ਸ਼ਾਸਤਰਧਾਰੀ ਸਰੂਪ ਹੈ। ਮਦਨ ਨਾਥ ਕਹਿਣ ਲੱਗਿਆ ਸਤਿਗੁਰੂ ਜੀ, ਬੁਰਕਾ ਜਿਹੜਾ ਹੈ ਆਪ ਜੀ ਨੇ ਸ਼ੇਰਾਂ ਵਾਲਾ ਪਹਿਨਿਆ ਹੋਇਆ ਹੈ। ਕਰਨੀ ਸਿੱਧੋ ਕੀ ਸੁਖ ਧਾਰੀ, ਸਤਿਗੁਰੂ ਜੀ ਜੋ ਕਰਨੀ ਹੈ ਆਪ ਜੀ ਦੀ ਉਹ ਸ਼੍ਰੇਸ਼ਟ ਹੈ। ਤੁਮਰੀ ਅਦਭੁਤ ਬਾਤ ਵਿਚਾਰੀ, ਮਹਾਰਾਜ ਜੀ ਤੁਹਾਡੀ ਅਦਭੁਤ ਬਾਤ ਹੈ, ਤੁਹਾਡੇ ਕੌਤਕ, ਤੁਹਾਡੇ ਚੋਜ ਅਜੀਬ ਹਨ। ਤਬ ਕਲ ਕੀ ਤਰ ਬਹੁ ਸਨਮਾਨਾ, ਸਤਿਗੁਰਾਂ ਨੇ ਬੜਾ ਸਨਮਾਨ ਕੀਤਾ ਹੈ ਮਦਨ ਨਾਥ ਜੋਗੀ ਦਾ। ਸੁਨੋ ਨਾਥ ਜੀ ਕੀਨ ਬਖਾਨਾ, ਔਰ ਮਹਾਰਾਜ ਜੀਆਂ ਨੇ ਫਿਰ ਦੱਸਿਆ ਕਿ ਨਾਥ ਜੀ ਸੁਣਨਾ ਕਰੋ। ਤੁਰਕ ਗੁਫਤਾਰ ਅਧਿਕ ਜਗ ਮਾਹੀ, ਤੁਰਕ ਜਿਹੜੇ ਹਨ ਸੰਸਾਰ ਦੇ ਵਿੱਚ ਇਹਨਾਂ ਨੇ ਪਰਜਾ ਨੂੰ ਕਿੰਨਾ ਦੁਖੀ ਕੀਤਾ ਹੈ, ਔਰ ਇਹਨਾਂ ਦੇ ਜ਼ੁਲਮ, ਇਹਨਾਂ ਦੇ ਪਾਪ ਜਿਹੜੇ ਹਨ ਬਹੁਤ ਵੱਧ ਚੁੱਕੇ ਹਨ। ਦੰਡ ਬਿਨਾ ਬਸ ਹੋਏ ਸੁਨਾਹੀ, ਔਰ ਇਹ ਜਿਹੜਾ ਭੇਖ ਹੈ, ਜੋ ਇਹ ਜਿਹੜਾ ਬਾਣਾ ਸੀ ਸ਼ੇਰਾਂ ਵਾਲਾ ਤੁਸੀਂ ਕਿਹਾ ਹੈ, ਇਹਦੇ ਬਿਨਾ ਇਹਨਾਂ ਨੇ ਸੁਧਰਨਾ ਨਹੀਂ ਹੈ। ਕਹਿ ਜੋਗੀ ਚਰਚਾ ਸੁਚਵਾਏ, ਔਰ ਜੋਗੀ ਕਹਿਣ ਲੱਗਿਆ ਮਹਾਰਾਜ ਆਪ ਜੀ ਨੇ ਜੋ ਇਹ ਕਲਾ ਵਰਤਾਈ ਹੈ, ਤੁਸੀਂ ਜੋ ਇਹ ਰੂਪ ਧਾਰਨ ਕੀਤਾ ਹੈ, ਤੁਹਾਡੇ ਤੋਂ ਬਿਨਾ ਹੋਰ ਕੌਣ ਕਰ ਸਕਦਾ ਹੈ ਐਸਾ ਕਾਰਜ। ਹੋਏ ਕਬੂਲ ਸਿੱਧੀ ਪਤਸ਼ਾਹੇ, ਸਤਿਗੁਰੂ ਜੀ ਜੋ ਪਾਤਸ਼ਾਹੀ ਆਪ ਜੀ ਦੀ ਹੈ, ਜੋ ਆਪ ਜੀ ਨੇ ਇਹ ਸਵਰੂਪ ਧਾਰਨ ਕੀਤਾ ਹੈ, ਜੋ ਇਹਨਾਂ ਨੂੰ ਸਜ਼ਾ ਦੇਣ ਵਾਸਤੇ। ਰਹਿਣੀ ਸਿੱਧ ਨਾਨਕ ਕੇ ਫਕੀਰ, ਸਤਿਗੁਰੂ ਜੀ ਆਪ ਜੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਫਕੀਰ ਹੋ। ਰਹਿਣੀ ਆਪ ਜੀ ਦੀ ਸਿੱਧਾਂ ਵਾਲੀ ਹੈ, ਔਰ ਆਪ ਜੀ ਫਕੀਰ ਹੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ। ਖੇਰਜ ਭੇਖ ਕਾਜ ਦਸਤਗੀਰ, ਔਰ ਸਤਿਗੁਰੂ ਜੀ ਆਪ ਜੀ ਦਾ ਭੇਖ ਜਿਹੜਾ ਹੈ, ਆਪ ਜੀ ਦਾ ਬਾਣਾ, ਬਾਣਾ ਆਪ ਜੀ ਦਾ ਜਿਹੜਾ ਹੈ ਉਹ ਸ਼ੇਰਾਂ ਵਾਲਾ ਹੈ। ਔਰ ਜਿਹੜੀ ਮਹਾਰਾਜ ਜੀ ਆਪ ਜੀ ਕਲਾ ਹੈ, ਆਪ ਜੀ ਦਸਤਗੀਰ ਹੋ, ਪਰਜਾ ਦੀ ਰਾਖੀ ਕਰਨ ਵਾਲੇ ਹੋ। ਜਿਉ ਦਿਲ ਨੇਕੀ ਹੋਏ ਜਵਾਲ,
ਜਿਵੇਂ ਜਿਵੇਂ ਸਤਿਗੁਰੂ ਜੀ ਨੇਕੀ ਜਿਹੜੀ ਹੈ ਧਰਤੀ ਤੇ ਪਾਪ ਜਿਹੜੇ ਹਨ ਵੱਧ ਰਹੇ ਹਨ ਔਰ ਨੇਕੀ ਜਿਹੜੀ ਹੈ ਉਹ ਘਟ ਰਹੀ ਹੈ। ਕਰਨੀ ਕੁਦਰਤ ਕੀ ਰਖਿਆਲ। ਮਹਾਰਾਜ ਜੀ ਆਪ ਜੀ ਕੁਦਰਤ ਦੇ ਰਖਵਾਲੇ ਹੋ, ਜੋ ਕੁਦਰਤ ਤੇ ਇਹਨਾਂ ਲੋਕਾਂ ਨੇ, ਕਿਉਂਕਿ ਕੁਦਰਤ ਦੇ ਵਿੱਚ ਹਰੀ ਵਾਹਿਗੁਰੂ ਪਰਮੇਸ਼ਰ ਦੇ ਰੂਪ ਨੂੰ ਦੇਖਣਾ ਮਹਾਰਾਜ ਆਪ ਜੀ ਦੀ ਕਰਨੀ ਜਿਹੜੀ ਹੈ ਕੁਦਰਤ ਦੇ ਹਿੱਤ ਵਾਸਤੇ ਹੈ, ਸ੍ਰਿਸ਼ਟੀ ਦੇ ਹਿੱਤ ਵਾਸਤੇ ਹੈ। ਔਰ ਇਹਨਾਂ ਲੋਕਾਂ ਦਾ ਜਿਹੜਾ ਜ਼ੁਲਮ ਵੱਧਦਾ ਜਾ ਰਿਹਾ ਹੈ ਉਸ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਆਪ ਜੀ ਇਸ ਧਰਤੀ ਤੇ ਆਏ ਹੋ। ਇਮ ਕਹਿ ਸੁਣ ਕੇ ਆਪਸ ਮਹੀਆ। ਇਸ ਤਰ੍ਹਾਂ ਜੋਗੀ ਜਿਹੜਾ ਹੈ ਮਦਨ ਨਾਥ ਗੁਰੂ ਸਾਹਿਬ ਜੀ ਦੇ ਨਾਲ ਵਿਚਾਰ ਹੋਏ ਆਪਸ ਵਿੱਚ। ਰੀਜੇ ਤੁਹਿ ਦਿਸ ਆਨੰਦ ਲਹੀਆ। ਦੋਨੋਂ ਦਿਸ਼ਾਵਾਂ ਤੋਂ ਇਉਂ ਵਿਚਾਰ ਚਰਚਾ ਦੇ ਦੁਆਰਾ ਆਨੰਦ ਪ੍ਰਾਪਤ ਹੋਇਆ ਹੈ, ਖੁਸ਼ੀ ਹੋਈ ਹੈ। ਬੋਲਿਓ ਨਾਥ ਬਿਨੈ ਤੇ ਸਾਇਤ। ਔਰ ਇਸ ਨਾਥ ਨੇ ਫਿਰ ਬੇਨਤੀ ਕੀਤੀ ਮਹਾਰਾਜ ਜੀਆਂ ਨੂੰ, ਕੁਛ ਜੋਗੀ ਕੀ ਚਹੀਏ ਹਿਮਾਇਤ। ਸਤਿਗੁਰੂ ਜੀ ਕੁਝ ਜੋਗੀਆਂ ਦੀ ਇੱਛਾ ਹੈ। ਮੇਲ ਸਕਾਰਥ ਰਾਵਰ ਕੇਰਾ। ਆਪ ਜੀ ਦਾ ਮੇਲ ਸਕਾਰਥਾ ਹੈ, ਸਫਲਾ ਹੈ, ਤੁਹਾਡੇ ਦਰਸ਼ਨ ਫਲ ਸਹਿਤ ਹਨ, ਕਿਉਂਕਿ ਸਤਿਗੁਰਾਂ ਦੇ ਦਰਸ਼ਨ ਦੁਰਲੱਭ ਹਨ। ਔਰ ਤੁਹਾਡਾ ਜੋ ਇੱਥੇ ਮੇਲ ਹੋਇਆ ਹੈ, ਆਪ ਜੀ ਦੇ ਦਰਸ਼ਨ ਹੋਏ, ਸਾਡਾ ਜੀਵਨ ਸਫਲਾ ਹੋਇਆ ਹੈ, ਆਪ ਜੀ ਦਾ ਮੇਲ ਸਕਾਰਥ ਹੈ। ਸੁਨ ਬੋਲੇ ਸਤਿਗੁਰ ਤਿਸ ਬੇਰਾ। ਸਤਿਗੁਰੂ ਜੀ ਕਹਿਣ ਲੱਗੇ, ਫਰਕਾ ਮੁੰਡ ਦੁਐ ਫਰਕਸ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਜੀਵਨ ਹੈ, ਕਿਉਂਕਿ ਜੋ ਸਾਡਾ ਕਾਰਜ ਹੈ, ਜੋ ਸਾਡੀ ਰਹਿਣੀ ਹੈ ਅਮੁੰਡ ਹੈ, ਕਿਉਂਕਿ ਮੁੰਡਨ ਦੀ ਕਿਰਿਆ ਜਿਹੜੀ ਪ੍ਰਚਲਿਤ ਹੋਈ ਪਿੱਛੇ, ਇਸ ਕਰਕੇ ਅਸੀਂ ਤਾਂ ਧਰਮ ਦੀ ਰਾਖੀ ਵਾਸਤੇ ਜੋ ਰਹਿਤ ਹੈ, ਦ੍ਰਿੜਤਾ ਹੈ, ਪਰਪੱਕਤਾ ਉਹ ਦਰਸਾਈ। ਇਸ ਕਰਕੇ ਅਮੁੰਡ ਜਿਹੜੀ ਰੀਤ ਹੈ, ਕਿਉਂਕਿ ਵਜਰ ਕੁਰੈਤ ਗਿਣੀ ਜਾਂਦੀ ਜੇ ਕੋਈ ਕੇਸ ਕਤਲ ਕਰਾ ਦਿੰਦਾ ਹੈ। ਮਹਾਰਾਜ ਜੀ ਕਹਿੰਦੇ ਸਾਡੀ ਜਿਹੜੀ ਰੀਤ ਹੈ ਉਹ ਅਮੁੰਡ ਹੈ। ਖਾਲਸੈ ਬੜੀ ਸੁਕਸੇ ਤਰਕਸ। ਸਾਡੀਆਂ ਜਿਹੜੀਆਂ ਫੌਜਾਂ ਹਨ, ਸਾਡਾ ਖਾਲਸਾ ਬਲੀ ਹੈ, ਸੂਰਮਾ ਹੈ, ਔਰ ਹਮੇਸ਼ਾ ਸ਼ਾਸਤਰ ਜਿਹੜੇ ਹਨ ਆਪਣੇ ਤਨ ਤੇ ਸਜਾ ਕੇ ਰੱਖਦਾ ਹੈ ਔਰ ਕਮਾਨ ਆਪਣੇ ਹੱਥ ਵਿੱਚ ਰੱਖਦਾ ਹੈ। ਸੁਨ ਜੋਗੀ ਨੇ ਬਾਕ ਬਖਾਨਾ। ਸੁਣ ਕੇ ਜੋਗੀ ਕਹਿਣ ਲੱਗਿਆ, ਮੋਹਿ ਦਿਖਾਵਹੁ ਛੋਰਹੁ ਬਾਨਾ। ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਾਸਤਰ ਵਿੱਦਿਆ ਜਿਹੜੀ ਉਹ ਦੇਖਣਾ ਚਾਹੁੰਦਾ ਹਾਂ, ਤੀਰ ਅੰਦਾਜ਼ੀ। ਆਪ ਜੀ ਤੀਰ ਅੰਦਾਜ਼ੀ ਦੇ ਬਹੁਤ ਮਹਾਨ ਯੋਧੇ ਹੋ, ਇਸ ਕਰਕੇ ਮਹਾਰਾਜ ਇਹ ਕਲਾ ਮੈਨੂੰ ਦਿਖਾਉਣਾ ਕਰੋ। ਮੇਰੇ ਮਨ ਦੀ ਇੱਛਾ ਹੈ, ਮੈਂ ਦੇਖਣਾ ਚਾਹੁੰਦਾ ਹਾਂ। ਤਨ ਵਿਦਿਆ ਮਹਿ ਸੁਨੋ ਵਿਸਾਲਾ। ਧਨੁਖ ਵਿਦਿਆ ਜਿਹੜੀ ਹੈ ਆਪ ਜੀ ਦੀ ਵਿਸ਼ਾਲ ਹੈ। ਜਾਂ ਤੇ ਚਹੋ ਬਿਖਨ ਇਸ ਕਾਲਾ। ਔਰ ਇਸ ਸਮੇਂ ਮਹਾਰਾਜ ਜੀ ਆਪ ਜੀ ਦੇ ਦਰਸ਼ਨ ਹੋਏ, ਕਿਰਪਾ ਕਰਕੇ ਸਾਨੂੰ ਧਨੁਖ ਵਿਦਿਆ ਜਿਹੜੀ ਉਹ ਦਿਖਾਉਣਾ ਕਰੋ। ਤਬ ਸਤਿਗੁਰ ਸਰਗੁਣ ਪਰ ਧਰ ਕੇ। ਮਹਾਰਾਜ ਜੀਆਂ ਨੇ ਹੱਥੇ ਦੇ ਵਿੱਚੋਂ ਤੀਰ ਕੱਢਿਆ, ਕਮਾਨ ਵਿੱਚ ਰੱਖਿਆ ਹੈ। ਐਂਚ ਧਨੁਖ ਛੋਰਿਓ ਬਲ ਕਰਕੇ। ਔਰ ਤੰਦੀ ਖਿੱਚੀ ਹੈ ਮਹਾਰਾਜ ਜੀਆਂ ਨੇ, ਬੜੇ ਬਲ ਦੇ ਨਾਲ ਤੀਰ ਛੱਡਿਆ ਹੈ। ਕਿਲਾ ਮੁਗਲ ਕੋ ਹੁਤੋ ਸੁਕੋਸ। ਮੁਗਲਾਂ ਦਾ ਜਿਹੜਾ ਕਿਲਾ ਸੀ ਇੱਕ ਕੋਹ ਦੀ ਵਾਟ ਤੇ ਸੀ। ਤਿਸ ਕੀ ਤਿਸ ਮਾਰਿਓ ਯੁਤ ਰੋਸ। ਵੀਰ ਰਸ ਵਿੱਚ ਆ ਕਰਕੇ ਮਹਾਰਾਜਿਆਂ ਨੇ ਉਧਰ ਨੂੰ ਤੀਰ ਮਾਰਿਆ ਹੈ। ਸ਼ਿਖਰ ਦੁਰਗ ਕੇ ਜਬ ਹੂੰ ਗਇਓ।
ਕਿਲੇ ਦੇ ਸਿਖਰ ਤੇ ਜਾ ਕਰਕੇ ਇਹ ਤੀਰ ਵੱਜਿਆ ਹੈ। ਜੋਗੀ ਦੇਖਤ ਬੋਲਤ ਭਇਓ, ਦੇਖਦਿਆਂ ਹੀ ਜੋਗੀ ਬੋਲਿਆ ਹੈ। ਵਿਦਿਆ ਧਨ ਜਿਹ ਹੋਏ ਕਮਾਈ, ਸਤਿਗੁਰੂ ਜੀ ਧਨੁਖ ਵਿਦਿਆ ਜੇ ਕਮਾਈ ਹੋਵੇ, ਜੇ ਅਭਿਆਸ ਹੋਵੇ, ਕੋਈ ਨ ਕਰ ਸਕੈ ਸਮਤਾਈ। ਕਿੰਨਾ ਹੀ ਵੱਡਾ ਬਲੀ ਹੋਵੇ ਧਨੁਖ ਵਿਦਿਆ ਦੇ ਵਿੱਚ, ਸਤਿਗੁਰੂ ਜੀ ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ। ਤ੍ਰੇਤੇ ਮਹਿ ਰਘੁਬਰ ਕੀ ਸੁਣੀ, ਤ੍ਰੇਤੇ ਦੇ ਸਮੇਂ ਸ੍ਰੀ ਰਾਮਚੰਦਰ ਜੀ ਦੇ ਬਾਰੇ ਸੁਣਿਆ ਹੈ, ਉਹਨਾਂ ਦੀ ਤੀਰ ਅੰਦਾਜ਼ੀ ਵੀ ਸੁਣੀ ਹੈ। ਦੁਆਪੁਰ ਮਹਿ ਅਰਜਨ ਕੀ ਗੁਣੀ, ਔਰ ਦੁਆਪਰ ਵਿਖੇ ਅਰਜਨ ਦੀ ਤੀਰ ਅੰਦਾਜ਼ੀ, ਅਰਜਨ ਬਹੁਤ ਵੱਡਾ ਗੁਣੀ ਹੋਇਆ ਧਨੁਖ ਵਿਦਿਆ ਦਾ। ਮੋਹਿ ਭਇਓ ਅਬ ਦ੍ਰਿੜ ਨਿਸ਼ਚਾ ਸੋ, ਸਤਿਗੁਰੂ ਜੀ ਹੁਣ ਤੁਹਾਡੀ ਤੀਰ ਅੰਦਾਜ਼ੀ ਦੇਖ ਕਰਕੇ ਇਹ ਦ੍ਰਿੜ ਨਿਸ਼ਚਾ ਬਣਿਆ ਹੈ। ਹੋਏ ਤੁਮ ਹਾਥ ਤੁਰਕ ਗਨ ਨਾਸ਼, ਤੁਹਾਡੇ ਹੱਥਾਂ ਦੁਆਰਾ ਹੀ ਤੁਰਕਾਂ ਦੀਆਂ ਜੜ੍ਹਾਂ ਫੁੱਟੀਆਂ ਜਾਣੀਆਂ, ਤੁਹਾਡੇ ਦੁਆਰਾ ਹੀ ਤੁਰਕਾਂ ਦਾ ਇਸ ਜ਼ੁਲਮ ਦਾ ਨਾਸ਼ ਹੋਣਾ ਹੈ। ਹਮ ਕਟਾਸ ਪਰ ਕਰ ਹੈ ਬਾਸਨ, ਸਤਿਗੁਰੂ ਜੀ ਅਸੀਂ ਸਾਡਾ ਜਿਹੜਾ ਬਾਸ ਹੈ, ਕਟਾਸ ਬਾਲ ਗੁੰਦਾਈ ਦਾ ਜਿਹੜਾ ਟਿੱਲਾ ਹੈ, ਜੇਲਮ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਇਹ ਜਿਹੜਾ ਬਾਲ ਗੁੰਦਾਈ ਦਾ ਟਿੱਲਾ ਅੱਜ ਕੱਲ੍ਹ ਪਾਕਿਸਤਾਨ ਵਿਖੇ, ਉੱਥੋਂ ਜੋਗੀ ਆਏ ਹੋਏ ਸਨ। ਮਹਾਰਾਜ ਸਾਡਾ ਜਿਹੜਾ ਬਾਸ ਹੈ ਕਟਾਸ ਤੇ ਸਾਡਾ ਬਾਲ ਗੁੰਦਾਈ ਦੇ ਟਿੱਲੇ ਕੋਲ ਆਸਣ ਹੈ। ਤਹਾਂ ਪਹੁੰਚਣਾ ਜਲਦ ਵਿਵੇਕ, ਸਤਿਗੁਰੂ ਜੀ ਆਪ ਜੀ ਕਿਰਪਾ ਕਰਿਓ, ਸਾਡੇ ਡੇਰੇ ਵਿਖੇ ਵੀ ਚਰਨ ਪਾਇਓ। ਰੱਖੋ ਭਲੇ ਫਕੀਰੀ ਟੇਕ, ਕਿਉਂਕਿ ਆਪ ਜੀ ਦੀ ਟੇਕ ਵੀ ਫਕੀਰਾਂ ਵਾਲੀ ਹੈ, ਕਿਉਂਕਿ ਫਕੀਰਾਂ ਦੀ ਰੱਖਿਆ ਕਰਨ ਵਾਸਤੇ ਸੰਤ ਉਬਾਰਨ, ਧਰਮ ਚਲਾਵਨ, ਔਰ ਸੰਤਾਂ ਦੀ ਭਗਤਾਂ ਦੀ ਰੱਖਿਆ ਵਾਸਤੇ ਤਾਂ ਆਪ ਜੀ ਆਏ ਹੋ। ਔਰ ਆਪ ਜੀ ਦੀ ਟੇਕ ਵੀ ਫਕੀਰਾਂ ਵਾਲੀ ਹੈ। ਭੇਖ ਭਾਵੇਂ ਆਪ ਜੀ ਨੇ ਸ਼ੇਰਾਂ ਵਾਲਾ ਧਾਰਨ ਕੀਤਾ ਹੈ, ਬਾਣਾ ਆਪ ਜੀ ਦਾ ਸ਼ੇਰਾਂ ਵਾਲਾ ਹੈ, ਪਰ ਹਿਰਦੇ ਅੰਦਰ ਤਾਂ ਫਕੀਰੀ ਵੇਸ ਹੈ। ਇਸ ਕਰਕੇ ਮਹਾਰਾਜ ਸਾਡੇ ਵੀ ਟਿੱਲੇ ਵਿਖੇ ਆਪ ਜੀ ਚਰਨ ਪਾਇਓ। ਸਭ ਸਿੱਧਨ ਕੋ ਦਰਸ਼ਨ ਦੀਜੈ, ਸਾਰੇ ਸਿੱਧਾਂ ਦੀ ਬੇਨਤੀ ਹੈ ਕਿ ਆਪ ਜੀ ਦਰਸ਼ਨ ਦੇਣਾ ਕਰਿਓ। ਸਰਬ ਦੇਸ਼ ਕੀ ਸੈਲ ਕਰੀਜੈ, ਕਿਉਂਕਿ ਆਪ ਜੀ ਵੀ ਸਾਰੇ ਦੇਸ਼ ਦੀ ਸੈਲ ਕਰਦੇ ਹੋ, ਸਾਰੇ ਦੇਸ਼ ਦੀ ਨਾਲੇ ਸੈਲ ਕਰ ਲਿਓ। ਸ੍ਰੀ ਮੁਖ ਤੇ ਮੁਸਕਾਏ ਬਖਾਨਾ, ਹੱਸਦਿਆਂ ਹੋਇਆਂ ਸਤਿਗੁਰੂ ਜੀ ਕਹਿਣ ਲੱਗੇ, ਸੁਨੋ ਨਾਥ ਜੀ ਤਹਾਂ ਖਜ਼ਾਨਾ, ਕਹਿਣ ਲੱਗੇ ਨਾਥ ਜੀ ਸੁਣੋ, ਅਸੀਂ ਉੱਥੇ ਨਹੀਂ ਜਾਣਾ। ਹੋਇਓ ਹੁਕਮ ਨ ਡਾਢੇ ਕੇਰਾ, ਸਾਨੂੰ ਡਾਢੇ ਦਾ ਹੁਕਮ ਨਹੀਂ ਹੈ, ਕਿਉਂਕਿ ਅਸੀਂ ਤਾਂ ਪਰਮੇਸ਼ਰ ਦੇ ਹੁਕਮ ਵਿੱਚ ਵਿਚਰਦੇ ਹਾਂ, ਉਹਦੀ ਮੌਜ ਵਿੱਚ, ਉਹਦੀ ਰਜ਼ਾ ਵਿੱਚ। ਇਸ ਕਰਕੇ ਉੱਥੇ ਆਉਣ ਦਾ ਸਾਨੂੰ ਉਹਦਾ ਹੁਕਮ ਨਹੀਂ ਹੈ। ਜੋ ਸਭਿਨ ਤੇ ਵੱਡੋ ਵਡੇਰਾ, ਜਿਹੜਾ ਸਭਨਾਂ ਤੋਂ ਵੱਡਾ ਹੈ, ਉੱਚੇ ਤੇ ਉੱਚਾ ਭਗਵੰਤ, ਉਸ ਭਗਵੰਤ ਦਾ ਸਾਨੂੰ ਹੁਕਮ ਨਹੀਂ ਹੈ। ਸਦੀ 13ਵੀਂ ਜਗਹੁ ਆਵੇ, ਜਦੋਂ 13ਵੀਂ ਸਦੀ ਆਏਗੀ, ਤੁਰਕਨ ਰਾਜ ਤੇਜ ਬਿਨ ਸਾਵੇ, ਤੁਰਕਾਂ ਦਾ ਰਾਜ ਦਾ ਤੇਜ ਜਿਹੜਾ ਹੈ ਇਹ ਬਿਨਸ ਜਾਣਾ ਹੈ। ਤਬ ਪਹੁੰਚੈ ਕੋ ਪੰਥ ਹਮਾਰਾ, ਸਾਡਾ ਖਾਲਸਾ ਪੰਥ ਉੱਥੇ ਆਏਗਾ। ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਆਇਆ, ਖਾਲਸਾ ਪੰਥ ਨੇ ਫਿਰ ਉੱਥੇ ਫੌਜਾਂ ਜਿਹੜੀਆਂ ਸਨ ਮਹਾਰਾਜਿਆਂ ਦੇ ਬਚਨ ਹੋਏ, ਸਾਡਾ ਪੰਥ ਉੱਥੇ ਆਏਗਾ ਜਦੋਂ ਪੰਥ ਦਾ ਰਾਜ ਆਏਗਾ। ਰਾਜ ਲੈ ਤਿਨ ਦੇਸ਼ਨ ਸਾਰਾ, ਇਹਨਾਂ ਦੇਸ਼ਾਂ ਦਾ ਸਾਰਾ ਰਾਜ ਜਿਹੜਾ ਹੈ ਸਾਡਾ ਪੰਥ ਲਏਗਾ। ਤੀਰ ਗੋਦਾਵਰ ਕੇ ਹਮ ਜੈ ਹੈ, ਅਸੀਂ ਤਾਂ ਗੋਦਾਵਰੀ ਦੇ ਕਿਨਾਰੇ ਜਾਣਾ ਹੈ। ਗੋਦਾਵਰੀ ਦੇ ਕਿਨਾਰੇ ਅਸੀਂ ਦੱਖਣ ਵਾਲੇ ਪਾਸੇ ਜਾਣਾ ਹੈ। ਤਹਤੇ ਪੁਨ ਪਰਲੋਕ ਸਿਧਾ ਹੈ, ਔਰ ਉੱਥੇ ਹੀ ਅਸੀਂ ਆਪਣੇ
ਇਸ ਸਰੀਰ ਰੂਪੀ ਚੋਲੇ ਦਾ ਤਿਆਗ ਕਰਕੇ ਫਿਰ ਅਸੀਂ ਪਰਲੋਕ ਨੂੰ ਸਿਧਾਰਨਾ ਹੈ। ਸੁਨ ਕਰ ਸਿੱਧ ਸਗਰੇ ਹਰ ਖਾਏ, ਸੁਣ ਕਰਕੇ ਸਾਰੇ ਸਿੱਧ ਖੁਸ਼ ਹੋਏ ਹਨ। ਦੀਨ ਪ੍ਰਸਾਦ ਦੀਨ ਤਿਸ ਥਾਏ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋਈ ਔਰ ਸਿੱਧਾਂ ਵਿੱਚ ਵਰਤਾਈ ਹੈ। ਸਭਹਿਨ ਬਹੁਰ ਆਦੇਸ ਬਖਾਨੀ, ਔਰ ਸਾਰਿਆਂ ਨੇ ਫਿਰ ਮਹਾਰਾਜਿਆਂ ਨੂੰ ਆਦੇਸ਼ ਬਖਾਨੀ ਹੈ। ਸਨਮਾਨਤ ਕਲਗੀ ਧਰਮਾਨੀ, ਔਰ ਮਹਾਰਾਜਿਆਂ ਦਾ ਸਨਮਾਨ ਕੀਤਾ ਹੈ। ਚਲੇ ਅਗਰ ਨਗਰੀ ਮਹਿ ਆਏ, ਔਰ ਮਹਾਰਾਜ ਜੀ ਫਿਰ ਵਾਪਸ ਨਗਰ ਵਿਖੇ ਆਏ ਹਨ। ਇਤ ਉਤ ਵਿਚਰੇ ਦੇਖਤ ਥਾਏ, ਇੱਧਰ ਉੱਧਰ ਵਿਚਰਦਿਆਂ ਹੋਇਆ ਪੁਰਬ ਲੋਕ ਕਰ ਗਈ ਬਜਾਰੇ, ਔਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ, ਕਿਉਂਕਿ ਦੂਰੋਂ ਦੂਰੋਂ ਲੋਕ ਆਏ ਹੋਏ ਸਨ ਇਸ ਥਾਨੇਸਰ ਦੇ ਗ੍ਰਹਿਣ ਦੇ ਸਮੇਂ। ਬੜੀ ਦੂਰੋਂ ਦੂਰੋਂ ਚੱਲ ਕਰਕੇ ਲੋਕ ਆਏ ਹੋਏ ਸਭਨਾਂ ਨੇ ਮਹਾਰਾਜਿਆਂ ਦੇ ਦਰਸ਼ਨ ਕੀਤੇ ਹਨ। ਬਹੁਰ ਅਗਾਰੇ ਨਿਕਸ ਪਧਾਰੇ, ਔਰ ਮਹਾਰਾਜਿਆਂ ਦੇ ਦਰਸ਼ਨ ਕਰਕੇ ਫਿਰ ਆਪੋ ਆਪਣੇ ਨਗਰਾਂ ਨੂੰ ਗਏ ਹਨ। ਦੱਖਣ ਦਿਸ਼ ਤੀਰਥ ਪਰ ਆਏ, ਸਤਿਗੁਰੂ ਜੀ ਦੱਖਣ ਦਿਸ਼ਾ ਵਾਲੇ ਪਾਸੇ ਜਿਹੜਾ ਤੀਰਥ ਹੈ ਉੱਥੇ ਸਤਿਗੁਰੂ ਜੀ ਆਏ ਹਨ। ਸਿੰਘ ਉਤਾਰੇ ਦੂਰ ਕਿਥਾਏ, ਸਿੰਘਾਂ ਨੇ ਉਤਾਰਾ ਕੀਤਾ ਹੈ, ਫੌਜਾਂ ਉਤਰੀਆਂ ਹਨ। ਆਪ ਬਿਲੋਕੇ ਸੁੰਦਰ ਤੀਰ, ਔਰ ਸਤਿਗੁਰੂ ਜੀ ਸੁੰਦਰ ਅਸਥਾਨ ਦੇਖਦਿਆਂ ਹੋਇਆ ਮੇਲਾ ਹੋਏ ਰਹਿਓ ਬਹੁ ਭੀਰ, ਵੱਡੀ ਭੀੜ ਲੱਗੀ ਹੋਈ ਹੈ, ਭਾਰੀ ਮੇਲਾ ਭਾਰੀ ਇਕੱਠ ਹੈ। ਏਕ ਅਟਾਰੀ ਅਟਣ ਸ਼ਾਹੂ, ਇੱਥੇ ਇੱਕ ਅਟਾਰੀ ਹੈ ਭਾਈ ਅਟਣ ਸ਼ਾਹ ਦੀ। ਉਤਰੇ ਪ੍ਰਭੂ ਜਾਏ ਤਿਸ ਮਾਹੂ, ਔਰ ਸਤਿਗੁਰੂ ਜੀ ਉਤਰੇ ਹਨ ਘੋੜੇ ਤੋਂ, ਇੱਥੇ ਮਹਾਰਾਜ ਜੀ ਆਏ ਹਨ। ਪਸ਼ਚਮ ਦਿਸ਼ ਤੀਰਥ ਕੀ ਬਾਹੀ, ਪੱਛਮ ਵਾਲੇ ਪਾਸੇ ਤੀਰਥ ਦੀ ਬਾਹੀ ਵੱਲ, ਨਿਸਮੈ ਬਾਸ ਕਰਤ ਭੇਤਾਹੀ, ਔਰ ਇੱਥੇ ਅਟਣ ਸ਼ਾਹ ਫਕੀਰ ਵਾਸ ਕਰਦਾ ਹੈ। ਭਈ ਪ੍ਰਭਾਤ ਪੁੰਜ ਦਿਜ ਆਏ, ਔਰ ਸਵੇਰ ਹੋਈ ਹੈ, ਬਹੁਤ ਸਾਰੇ ਪੰਡਤ ਚੱਲ ਕਰਕੇ ਆਏ ਹਨ। ਸੁਤ ਕੋ ਸੁਣ ਸੁਣ ਬਹੁ ਉਤਲਾਏ, ਮਹਾਰਾਜਿਆਂ ਦੇ ਆਉਣ ਦੀ ਖਬਰ ਸੁਣੀ ਔਰ ਸੁਣ ਕੇ ਬੜੇ ਚਾਅ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ। ਸਭ ਕੋ ਤਰਫ ਇਕੱਤਰੈ ਦੀਨੋ, ਔਰ ਸਭਨਾਂ ਨੇ ਮਹਾਰਾਜਿਆਂ ਨੂੰ ਆ ਕਰਕੇ ਨਮਸਕਾਰ ਕੀਤੀ ਹੈ। ਗੁਰੂ ਸਾਹਿਬ ਜੀ ਨੇ ਸਭਨਾਂ ਨੂੰ ਦਾਨ ਦਿੱਤਾ ਹੈ। ਆਪਸ ਮਹਿ ਦਿਨ ਬੰਟਣ ਕੀਨੋ, ਔਰ ਇਹਨਾਂ ਸਾਰਿਆਂ ਨੇ ਫਿਰ ਆਪਸ ਵਿੱਚ ਵੰਡ ਲਿਆ ਹੈ। ਰਾਮ ਦਤ ਕਿੰਗਰੀਆ ਏਕ, ਭਾਈ ਰਾਮ ਦੱਤ ਕਿੰਗਰੀਆ ਨਾਮੀ ਇੱਕ ਫਕੀਰ ਆਇਆ ਹੈ। ਜਿਸਕੇ ਪੁਰ ਕੁਛ ਗੁਰਨ ਵਿਵੇਕ, ਹਿਰਦੇ ਅੰਦਰ ਵਿਵੇਕ ਹੈ, ਸੱਚ ਦੀ ਵਿਚਾਰ ਹੈ। ਰਹੇ ਹਜੂਰ ਬਿਲੋਕਤ ਦਰਸ਼ਨ, ਮਹਾਰਾਜਿਆਂ ਦੇ ਆ ਕੇ ਦਰਸ਼ਨ ਕਰਦਾ ਹੈ। ਅਭਿਲਾਖਤ ਕਲਿਆਣ ਆਪਨ ਮਨ, ਔਰ ਆਪਣੇ ਮਨ ਵਿੱਚ ਅਭਿਲਾਖਾ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਲਿਆਣਕਾਰੀ ਹਨ। ਮਹਾਰਾਜਿਆਂ ਦੇ ਦਰਸ਼ਨ ਕਰਕੇ ਮੇਰਾ ਜੀਵਨ ਕਲਿਆਣ ਹੋ ਜਾਏ। ਕਿਰਪਾ ਦ੍ਰਿਸ਼ਟ ਬਿਕ ਕਹਿਓ ਸੰਗ ਤੇ, ਔਰ ਮਹਾਰਾਜਿਆਂ ਨੇ ਕਿਰਪਾ ਦ੍ਰਿਸ਼ਟੀ ਕਰਦਿਆਂ ਹੋਇਆਂ ਇਹਨੂੰ ਕਿਹਾ ਹੈ, ਜਾਚੋ ਤਿਜ ਸਭ ਕੁਛ ਗੁਰ ਘਰ ਮਹਿ, ਜੋ ਤੁਹਾਨੂੰ ਚਾਹੀਦਾ ਹੈ ਮੰਗ ਲੈਣਾ ਕਰੋ। ਗੁਰੂ ਘਰ ਵਿੱਚ ਕੋਈ ਕਮੀ ਨਹੀਂ ਹੈ, ਸਭ ਕੁਛ ਹੈ। ਇਸ ਕਰਕੇ ਜੋ ਤੁਹਾਡੀ ਇੱਛਾ ਹੈ ਜਾਚਨਾ ਕਰੋ। ਸੁਣ ਕਲਗੀ ਤਰ ਤੇ ਵਡ ਭਾਗੀ, ਸੁਣ ਕੇ ਗੁਰੂ ਸਾਹਿਬ ਜੀ ਤੋਂ ਵੱਡਿਆਂ ਭਾਗਾਂ ਵਾਲਾ ਬੋਲਿਓ ਬਿਪਰ ਸੇ ਅਨੁਰਾਗੀ, ਔਰ ਇਹ ਬਿਪਰ ਕਹਿਣ ਲੱਗਿਆ ਮਹਾਰਾਜ ਬੜੇ ਪ੍ਰੇਮ ਦੇ ਨਾਲ ਹਿਰਦੇ ਅੰਦਰ ਅਨੁਰਾਗ ਪ੍ਰੇਮ ਲੈ ਕਰਕੇ,
ਮੈਂ ਲੋਭੀ ਨਹਿ ਲੇਵਨ ਕੇਰਾ। ਸਤਿਗੁਰੂ ਜੀ ਮੈਨੂੰ ਕੁਝ ਲੈਣ ਦਾ ਲੋਭ ਨਹੀਂ ਹੈ। ਕਰ ਪਕੜੋ ਛੋੜੋ ਨਹਿ ਮੇਰਾ। ਸਤਿਗੁਰੂ ਜੀ ਕਿਰਪਾ ਕਰੋ, ਮੇਰਾ ਹੱਥ ਫੜੋ ਔਰ ਹੱਥ ਫੜ ਕੇ ਫਿਰ ਛੱਡਿਓ ਨਾ। ਕਿਸਹੂੰ ਕੀ ਹੋਇ ਪਹੁੰਚ ਨ ਤਾ ਜਹਾਂ। ਸਤਿਗੁਰੂ ਜੀ ਮੈਂ ਉੱਥੇ ਪਹੁੰਚਣਾ ਚਾਹੁੰਦਾ ਹਾਂ। ਮੋਹਿ ਦੀਨ ਕੋ ਰੱਖੋ ਤਹਾਂ। ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਚਰਨਾਂ ਵਿਖੇ ਮੈਨੂੰ ਥਾਂ ਦਿਓ ਔਰ ਮੈਨੂੰ ਆਪਣੇ ਚਰਨਾਂ ਵਿਖੇ ਰੱਖਣਾ ਕਰੋ। ਸ੍ਰੀ ਗੁਰ ਕਹਿਓ ਸਹਿਤ ਪਰਵਾਰਾ। ਸਤਿਗੁਰੂ ਜੀ ਕਹਿਣ ਲੱਗੇ ਭਾਈ ਪਰਿਵਾਰ ਸਹਿਤ ਤਹਾ ਬੁਲਾਈਐ ਗਾ ਸੁਖ ਭਾਰਾ। ਔਰ ਤੁਹਾਨੂੰ ਭਾਰਾ ਸੁਖ ਜਿਹੜਾ ਹੈ ਪ੍ਰਾਪਤ ਹੋਏਗਾ। ਇਮ ਕਹਿ ਘੋੜਾ ਏਕ ਕਟਾਰ। ਇਸ ਤਰ੍ਹਾਂ ਇੱਕ ਘੋੜਾ ਅਤੇ ਇੱਕ ਕਟਾਰ ਦਈ ਅਸ਼ਰਫੀ ਕਿਤਕ ਨਿਕਾਰ। ਔਰ ਕਈ ਅਸ਼ਰਫੀਆਂ ਮਹਾਰਾਜੀਆਂ ਨੇ ਦਿੱਤੀਆਂ। ਦੇ ਕਰ ਕਹਿਓ ਸਦਨ ਭਰਪੂਰ। ਦੇ ਕਰਕੇ ਔਰ ਹਿਰਦੇ ਅੰਦਰ ਭਰਪੂਰ ਜਿਹੜਾ ਹੈ ਸੁਖ ਪ੍ਰਾਪਤ ਹੋਇਆ। ਗੁਰੂ ਦਿਓ ਕਰ ਤੇਰੋ ਰੂਰ। ਮਹਾਰਾਜੀਆਂ ਨੇ ਇਹਨੂੰ ਸੁੰਦਰ ਸੁਖ ਬਖਸ਼ਿਸ਼ ਕੀਤਾ ਹੈ। ਬਹੁ ਰਾਮ ਦੱਤ ਕੀ ਕਹਿ ਬਾਹੂ। ਔਰ ਫਿਰ ਰਾਮਦੱਤ ਦੀ ਬਾਂਹ ਫੜਦਿਆਂ ਹੋਇਆਂ ਤੀਰਥ ਕੇ ਤਟ ਤਟ ਚਲ ਜਾਹੂੰ। ਤੀਰਥ ਦੇ ਕਿਨਾਰੇ ਕਿਨਾਰੇ ਮਹਾਰਾਜ ਜੀ ਚਲੇ ਜਾਂਦੇ ਹਨ। ਵਾਯੋ ਕੌਣ ਤੀਰਥ ਕੀ ਬੈਸੇ। ਔਰ ਸਤਿਗੁਰੂ ਜੀ ਬਾਏ ਵਾਲੇ ਕੋਨੇ ਤੇ ਜਾ ਕੇ ਤੀਰਥ ਦੇ ਕਿਨਾਰੇ ਤੇ ਬੈਠੇ ਹਨ। ਦਰਸੈ ਲੋਕ ਦੂਜ ਸਸ ਜੈਸੇ। ਦੂਜ ਦੇ ਚੰਦਰਮਾ ਦੀ ਤਰ੍ਹਾਂ ਮਹਾਰਾਜਿਆਂ ਦੇ ਲੋਕ ਦਰਸ਼ਨ ਕਰਦੇ ਹਨ। ਚੰਦਰਮਾ ਤਾਂ ਕਲੰਕਿਤ ਹੈ ਪਰ ਸਤਿਗੁਰੂ ਜੀ ਤਾਂ ਨਿਹਕਲੰਕ ਹਨ। ਔਰ ਮਹਾਰਾਜਿਆਂ ਦੇ ਸੁੰਦਰ ਦਰਸ਼ਨ ਕਰਕੇ ਸਭਨਾਂ ਦੇ ਰੋਗ ਪਾਪ ਕੱਟੇ ਜਾਂਦੇ ਹਨ। ਏਕ ਸੁਦਾਗਰ ਤਬ ਤਹ ਆਇਵ। ਉੱਥੇ ਇੱਕ ਸੁਦਾਗਰ ਚੱਲ ਕੇ ਆਇਆ ਹੈ ਕਰ ਬੰਦਨ ਕੋ ਬਾਕ ਸੁਨਾਇਵ। ਔਰ ਮਹਾਰਾਜਿਆਂ ਨੂੰ ਨਮਸਕਾਰ ਕੀਤੀ। ਕਹਿਣ ਲੱਗਿਆ ਹੈ ਪ੍ਰਭ ਜੀ ਅਹੈ ਤੁਰੰਗ ਵਿਕਾਊ। ਕਹਿਣ ਲੱਗਿਆ ਮਹਾਰਾਜ ਆਹ ਘੋੜਾ ਵਿਕਾਊ ਹੈ। ਅਬ ਲਗ ਨਹਿ ਲੀਨੋ ਕਿਨ ਰਾਊ। ਕਿਸੇ ਵੀ ਰਾਜੇ ਨੇ ਇਹ ਘੋੜਾ ਲਿਆ ਨਹੀਂ ਹੈ। ਰਾਵਰ ਲੈ ਤੋ ਕਰੋ ਦਿਖਾਵਨਾ। ਮਹਾਰਾਜ ਜੀ ਜੇ ਆਪ ਜੀ ਇਹ ਘੋੜਾ ਖਰੀਦੋ ਫਿਰ ਮੈਂ ਆਪ ਜੀ ਨੂੰ ਲਿਆ ਕੇ ਦਿਖਾਵਾਂ। ਪਾਏ ਹੁਕਮ ਤਹਿ ਕੀਨੋ ਲਿਆਵਨ। ਸਤਿਗੁਰਾਂ ਨੇ ਕਿਹਾ ਭਾਈ ਲੈ ਆ। ਮਹਾਰਾਜਿਆਂ ਦਾ ਹੁਕਮ ਸੁਣ ਕੇ ਸੁਦਾਗਰ ਘੋੜਾ ਲੈ ਕੇ ਆਇਆ ਹੈ। ਚੜ ਕੇ ਉਪਰ ਫੇਰ ਤਵਾਏ। ਘੋੜੇ ਦੀ ਸਵਾਰੀ ਕਰਦਿਆਂ ਮਹਾਰਾਜੀਆਂ ਨੇ ਘੋੜੇ ਨੂੰ ਭਜਾ ਕੇ ਦੇਖਿਆ ਹੈ ਚਾਲ ਦਿਖਾਵਨ ਕਰੀ ਕੁਦਾਏ। ਔਰ ਇਹਦੀ ਚਾਲ ਦੇਖਦੇ ਹਨ, ਕੁਦਵਾਉਂਦੇ ਹਨ। ਤੀਨ ਤੁਰੰਗਮ ਕੀਨ ਪਸੰਦ। ਤਿੰਨ ਘੋੜੇ ਮਹਾਰਾਜਿਆਂ ਨੇ ਪਸੰਦ ਕੀਤੇ ਹਨ। ਚੰਚਲ ਬੇਗੀ ਬਲੀ ਬਿਲੰਦ। ਘੋੜੇ ਚੰਚਲ ਹਨ, ਹਵਾ ਦੀ ਵੇਗ ਤਰ੍ਹਾਂ ਭੱਜਣ ਵਾਲੇ ਘੋੜੇ ਔਰ ਬਲੀ ਹਨ। ਮਹਾਨ ਬਲ ਹੈ ਇਹਨਾਂ ਦੇ ਅੰਦਰ। ਉਨ ਬੈਠੇ ਦੀਵਾਨ ਲਗਾਏ। ਫਿਰ ਗੁਰੂ ਸਾਹਿਬ ਜੀ ਨੇ ਦੀਵਾਨ ਸਜਾਇਆ ਹੈ। ਫਿਰਿਓ ਖਾਲਸਾ ਢਿਗ ਸਮੁਦਾਏ। ਸਤਿਗੁਰਾਂ ਦੇ ਪਿਆਰੀਆਂ ਫੌਜਾਂ ਖਾਲਸਾ ਪੰਥ ਨੇੜੇ ਤੇੜੇ ਸੰਗਤ ਮਹਾਰਾਜਿਆਂ ਦੇ ਕੋਲ ਆ ਕਰਕੇ ਬੈਠੀ ਹੈ। ਮੇਲੇ ਕੀ ਸੰਗਤ ਸੁਨ ਕਰਕੇ। ਮੇਲੇ ਵਿਖੇ ਆਈ ਸੰਗਤ ਨੇ ਜਦੋਂ ਸੁਣਿਆ ਹੈ ਮਹਾ ਲਾਭ ਕੋ ਹਿਰਦੈ ਵਿਚਰ ਕੇ। ਇਹਦਾ ਬੜਾ ਵੱਡਾ ਲਾਭ ਸਾਨੂੰ ਪ੍ਰਾਪਤ ਹੋਇਆ। ਜਿੱਥੇ ਸੂਰਜ ਗ੍ਰਹਿਣ ਦਾ ਪੁਰਬ ਹੈ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੰਸਾਰੀ ਜੀਵਾਂ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਦਾ ਦੀਦਾਰ ਹੋ ਰਿਹਾ ਹੈ। ਮਹਾਰਾਜ ਜੀ ਵੀ ਪਹੁੰਚੇ ਹੋਏ ਹਨ ਔਰ ਸੰਗਤ ਆ ਕੇ ਮਹਾਰਾਜਿਆਂ ਦੇ ਉਹ ਦਰਸ਼ਨ ਕਰਦੀ ਹੈ। ਕਲਕੀ ਧਰ ਕੋ ਪਾ ਆਗ ਬਨੂ। ਮਹਾਰਾਜਿਆਂ ਦਾ ਆਉਣਾ
ਇਸ ਅਸਥਾਨ ਤੇ ਗੁਰੂ ਸਾਹਿਬ ਜੀ ਵੀ ਆਏ ਹੋਏ ਹਨ। ਜਦੋਂ ਸੰਗਤ ਨੇ ਸੁਣਿਆ ਹੈ ਮਿਲ ਸਿੱਖ ਸੰਗਤ ਜਵਨ ਰੁਕਵਨੂ, ਔਰ ਸਾਰੀ ਸੰਗਤ ਮਿਲ ਕਰਕੇ ਮਹਾਰਾਜਿਆਂ ਦੇ ਦਰਸ਼ਨ ਕਰਨ ਆਉਂਦੀ ਹੈ। ਦਰਸ਼ਨ ਕਰਨ ਹੇਤ ਚਲ ਆਏ, ਦਰਸ਼ਨ ਕਰਨ ਵਾਸਤੇ ਆਏ ਹਨ। ਜਥਾ ਸ਼ਕਤ ਕੋ ਭੇਟ ਲਿਆਏ, ਮਹਾਰਾਜਿਆਂ ਦੇ ਚਰਨਾਂ 'ਚ ਜਥਾ ਸ਼ਕਤ ਭੇਟਾਵਾਂ ਭੇਟ ਕਰਦੇ ਹਨ। ਦੇਖ ਦੇਖ ਮਨ ਕਾਮਨ ਪਾਈ, ਸਤਿਗੁਰਾਂ ਦੇ ਦੀਦਾਰ ਕਰਕੇ ਮਨੋ ਕਾਮਨਾ ਪਾਈ ਹੈ। ਸਭ ਦਿਨ ਥਿਰੇ ਰਹੇ ਤਿਸ ਥਾਈ, ਸਾਰਾ ਦਿਨ ਮਹਾਰਾਜ ਜੀ ਇਸੇ ਤਰ੍ਹਾਂ ਸੰਗਤ ਨੂੰ ਦਰਸ਼ਨ ਦਿੱਤੇ। ਗੁਰੂ ਸਾਹਿਬ ਜੀ ਦਾ ਦੀਵਾਨ ਸਜਿਆ ਰਿਹਾ ਹੈ। ਮੋਲ ਹੈਨ ਕੋ ਦਰਬ ਹਜ਼ਾਰ, ਔਰ ਘੋੜਿਆਂ ਦਾ ਜਿਹੜਾ ਮੁੱਲ ਸੀ 1000 ਰੁਪਈਆ। ਗਇਓ ਸੁਦਾਗਰ ਬੰਧਨ ਧਾਰ, 3 ਘੋੜੇ ਮਹਾਰਾਜਿਆਂ ਨੇ ਖਰੀਦੇ ਔਰ ਸੁਦਾਗਰ ਜਿਹੜਾ ਸੀ ਬੜਾ ਖੁਸ਼ ਹੋ ਕਰਕੇ ਮੱਥਾ ਟੇਕ ਕੇ ਮਹਾਰਾਜਿਆਂ ਨੂੰ ਗਿਆ ਹੈ। ਤਿਸ ਨਿਸ ਬਸ ਕਰ ਪ੍ਰਾਤ ਇਸ਼ਨਾਨੇ, ਰਾਤ ਦੇ ਸਮੇਂ ਸਤਿਗੁਰੂ ਜੀ ਇੱਥੇ ਹੀ ਰਹੇ। ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਕੀਤਾ ਹੈ। ਚੜ੍ਹਤ ਰੰਗ ਪ੍ਰਭ ਕੀਸ ਬਿਆਨੇ, ਔਰ ਫਿਰ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ। ਬਿਆਨਾ ਕੀਤਾ ਹੈ ਇੱਥੋਂ। ਦੋਹਰਾ ਚੜੇ ਇਕਾਕੀ ਸਤਿਗੁਰੂ, ਆਵਲ ਖੇੜੀ ਗ੍ਰਾਮ। ਮਹਾਰਾਜ ਜੀ ਘੋੜੇ ਤੇ ਅਸਵਾਰ ਹੋਏ ਔਰ ਆਵਲ ਖੇੜੀ ਪਿੰਡ ਦਾ ਨਾਮ ਹੈ। ਪਹੁੰਚੇ ਤਿਸ ਥਲ ਜਾਏ ਕਰ, ਉਤਰੇ ਹਿਤ ਬਿਸਰਾਮ। ਮਹਾਰਾਜ ਜੀ ਇਸ ਪਿੰਡ ਵਿਖੇ ਆਏ ਔਰ ਇੱਥੇ ਉਤਾਰਾ ਕੀਤਾ ਹੈ, ਵਿਸ਼ਰਾਮ ਕੀਤਾ ਕੁਝ ਪਲ। ਚੌਪਈ ਇੱਕ ਪ੍ਰੀਤਾ ਨੇ ਗੁਰੂ ਪਛਾਨੇ, ਇੱਕ ਬਿਰਧ ਮਾਈ ਮਹਾਰਾਜਿਆਂ ਨੂੰ ਪਹਿਚਾਣਿਆ ਹੈ। ਸ਼ਰਧਾ ਦਿਕ ਪ੍ਰਣਾਮ ਪਗ ਠਾਨੇ, ਬੜੀ ਸ਼ਰਧਾ ਨਾਲ ਮਹਾਰਾਜਿਆਂ ਦੇ ਚਰਨਾਂ ਤੇ ਆ ਕੇ ਪ੍ਰਣਾਮ ਕੀਤਾ, ਮੱਥਾ ਟੇਕਿਆ ਹੈ। ਪੁਨ ਗਹਿ ਕਰ ਗੁਰ ਹੈ ਕੁਲੀਨੋ, ਮਹਾਰਾਜਿਆਂ ਦੇ ਘੋੜੇ ਨੂੰ ਫੜ ਲਿਆ ਹੈ। ਏਕ ਜਾਮ ਜਬ ਬੀਤਨ ਕੀਨੋ, ਜਦੋਂ 1 ਪਹਿਰ ਸਮਾਂ ਬਤੀਤ ਹੋਇਆ ਹੈ। ਦੇਖਤ ਖੋਜ ਸਿੰਘ ਚਲ ਆਏ, ਔਰ ਮਹਾਰਾਜਿਆਂ ਦੇ ਪਿੱਛੇ ਪਿੱਛੇ ਸਤਿਗੁਰਾਂ ਦੀਆਂ ਫੌਜਾਂ ਵੀ ਪਹੁੰਚ ਗਈਆਂ ਹਨ। ਸੇਵਕ ਹਰ ਸਮਾਜ ਸਮੁਦਾਏ, ਗੁਰੂ ਸਾਹਿਬ ਜੀ ਦੇ ਸੇਵਕ ਸਤਿਗੁਰਾਂ ਜੀ ਦੀਆਂ ਫੌਜਾਂ ਸਾਰੇ ਮਹਾਰਾਜਿਆਂ ਦੇ ਕੋਲ ਪਹੁੰਚ ਗਏ ਹਨ। ਤਬ ਕਰ ਜੋਰ ਬ੍ਰਿਦਾ ਕਹਿ ਮਾਈ, ਬਿਰਧ ਮਾਈ ਨੇ ਹੱਥ ਜੋੜ ਕੇ ਫਿਰ ਬੇਨਤੀ ਕੀਤੀ ਹੈ। ਪ੍ਰਭ ਜੀ ਕੁਛ ਪ੍ਰਸਾਦ ਲਿਹੁ ਖਾਈ, ਸਤਿਗੁਰੂ ਜੀ ਕਿਰਪਾ ਕਰੋ, ਕੁਝ ਪ੍ਰਸ਼ਾਦ ਛਕ ਲੈਣਾ ਕਰੋ। ਬਿਨ ਬਿਲੰਬ ਤੇ ਕਰੋ ਤਿਆਰੀ, ਮਹਾਰਾਜ ਬਿਨਾਂ ਦੇਰੀ ਮੈਂ ਪ੍ਰਸ਼ਾਦ ਤਿਆਰ ਕਰਾਂਗੀ। ਅਜੋ ਇਹਾ ਪੁਨ ਕਰ ਅਸਵਾਰੀ, ਸਤਿਗੁਰੂ ਜੀ ਪ੍ਰਸ਼ਾਦ ਛਕ ਕੇ ਫਿਰ ਆਪ ਜੀ ਅਸਵਾਰੀ ਕਰ ਲੈਣਾ। ਦੇਖ ਸ਼ਰਧਾ ਕੋ ਸਤਿਗੁਰ ਬੋਲੇ, ਬਿਰਧ ਮਾਈ ਦੀ ਭਾਵਨਾ ਦੇਖਦਿਆਂ ਸਤਿਗੁਰੂ ਜੀ ਬੋਲੇ ਹਨ। ਹਾਜ਼ਰ ਜੋ ਪ੍ਰਸਾਦ ਹੋਏ ਸੋਲੇ, ਜੋ ਹਾਜ਼ਰ ਹੈ ਮਹਾਰਾਜ ਜੀ ਕਹਿੰਦੇ ਜੋ ਤਿਆਰ ਹੈ ਉਹ ਲੈ ਆਉਣਾ ਕਰੋ। ਸੁਨ ਬਿਰਦਾ ਤਤਕਾਲ ਸਿਧਾਰੀ, ਸੁਣ ਕਰਕੇ ਮਾਤਾ ਗਈ ਹੈ ਤੁਰੰਤ। ਬਾਸਨ ਦੁਗਧ ਉਠਾਇਓ ਭਾਰੀ, ਦੁੱਧ ਦਾ ਜਿਹੜਾ ਬਰਤਨ ਭਰਿਆ ਹੋਇਆ ਸੀ ਉਹੀ ਸਿਰ ਤੇ ਚੁੱਕਿਆ ਹੈ। ਲੈ ਕਰ ਮధుਰ ਸਹਿਤ ਤਹ ਆਈ, ਨਾਲ ਕੁਝ ਮਿੱਠਾ ਲਿਆ ਹੈ, ਮਾਤਾ ਆਈ ਹੈ। ਧਰਿਓ ਸਰਬ ਪ੍ਰਭ ਕੀ ਅਗਵਾਈ, ਔਰ ਇਹ ਦੁੱਧ ਵਾਲਾ ਭਾਂਡਾ ਔਰ ਮਿੱਠਾ ਮਹਾਰਾਜਿਆਂ ਦੇ ਅੱਗੇ ਰੱਖਿਆ ਹੈ। ਜੁਤ ਮਿਸ਼ਟਾਨ ਸੁਦੁਗਧ ਮਲਾਈ, ਔਰ ਮਿੱਠਾ ਜਿਹੜਾ ਸੀ ਦੁੱਧ ਵਿੱਚ ਮਿਲਾਇਆ ਹੈ। ਸੀਤਲ ਕੀਨਸ ਪਾਇਓ ਚੁਲਾਈ, ਔਰ ਦੁੱਧ ਨੂੰ ਫਿਰ ਠੰਡਾ ਕੀਤਾ ਹੈ ਹਵਾ ਚੱਲ ਕਰਕੇ। ਸ੍ਰੀ ਪ੍ਰਭ ਕੋ ਪਰ ਦਿਓ ਕਟੋਰਾ,
ਗੁਰੂ ਸਾਹਿਬ ਜੀ ਨੂੰ ਕਟੋਰਾ ਭਰ ਕੇ ਦਿੱਤਾ ਹੈ। ਕਰਿਓ ਪਾਨ ਰੁਚ ਜਿਤ ਕਸ ਛੋਰਾ। ਮਹਾਰਾਜ ਜੀਆਂ ਨੇ ਦੁੱਧ ਛਕਿਆ ਹੈ, ਸ਼ੀਤ ਪ੍ਰਸ਼ਾਦ ਥੋੜਾ ਜਿਹਾ ਛੱਡ ਦਿੱਤਾ ਹੈ। ਪੀਛੇ ਕੀਨ ਸਭ ਨਹੀਂ ਪਾਨਾ। ਔਰ ਸਭਨਾਂ ਨੇ ਫਿਰ ਦੁੱਧ ਛਕਿਆ ਹੈ। ਉਨ ਸਿੰਘਨ ਪਿਖ ਬਾਕ ਬਖਾਨਾ। ਦੇਖ ਕਰਕੇ ਫਿਰ ਸਿੰਘਾਂ ਨੇ ਇਉਂ ਬਚਨ ਕੀਤਾ ਹੈ। ਸ਼ਰਧਾ ਘਣੀ ਪਿਖੀ ਇਸ ਮਾਈ। ਇਸ ਮਾਤਾ ਦੀ ਘਣੀ ਸਰਧਾ ਸੀ, ਹਿਰਦੇ ਅੰਦਰ ਪ੍ਰੇਮ ਸੀ। ਸੇਵਾ ਕਰੀ ਦੁਗਧ ਬਹੁ ਲਿਆਈ। ਔਰ ਭਾਵਨਾ ਦੇ ਨਾਲ ਇਹਨੇ ਸੇਵਾ ਕੀਤੀ ਹੈ, ਦੁੱਧ ਦਾ ਬਰਤਨ ਭਰ ਕੇ ਲੈ ਕੇ ਆਈ ਹੈ। ਸ੍ਰੀ ਮੁਖ ਤੇ ਬੋਲੇ ਮੁਸਕਾਤ। ਹੱਸਦਿਆਂ ਹੋਇਆਂ ਸਤਿਗੁਰੂ ਜੀ ਬਚਨ ਕਰਦੇ ਹਨ। ਉਹਦੇ ਸਿੰਘ ਸੁਣ ਇਸ ਕੀ ਬਾਤ। ਭਾਈ ਉਦੈ ਸਿੰਘ ਜੀ ਸੁਣਨਾ ਕਰੋ। ਦਿਨ ਥੋਰਨ ਕਾਇਆ ਇਹ ਤਿਆਗਿਆ ਹੈ ਤਿਆਗਿਆ ਹੈ। ਥੋੜੇ ਹੀ ਦਿਨ ਹਨ ਇਸ ਮਾਈ ਦੇ, ਔਰ ਇਹਨੇ ਆਪਣਾ ਸਰੀਰ ਤਿਆਗ ਦੇਣਾ ਹੈ। ਜਟ ਸਦਨ ਜਨਮਹਿ ਬੜ ਭਾਗੈ ਹੈ। ਔਰ ਫਿਰ ਇੱਕ ਜੱਟ ਦੇ ਘਰ ਇਹਦਾ ਜਨਮ ਹੋਣਾ ਹੈ। ਤਬ ਇਸ ਤੇ ਇੱਕ ਸਿੱਧ ਜਨਮੈ ਹੈ। ਫਿਰ ਇਹਦੇ ਗ੍ਰਹਿ ਵਿਖੇ ਇੱਕ ਸਿੱਧ ਦਾ ਜਨਮ ਹੋਏਗਾ। ਜੰਮਨ ਜਤੀ ਨਾਮ ਤਿਸ ਹੋਇ ਹੈ। ਔਰ ਉਹਦਾ ਜਿਹੜਾ ਨਾਮ ਹੈ ਜੰਮਣ ਜਤੀ ਉਹਦਾ ਨਾਮ ਹੋਏਗਾ। ਮਾਨਨੀय ਸਭ ਲੋਕਨ ਕੇਰਾ। ਸਾਰੇ ਲੋਕਾਂ ਦੇ ਵਿੱਚ ਉਹਦਾ ਬੜਾ ਮਾਣ ਹੋਏਗਾ। ਵਚਨ ਸ਼ਕਤ ਧਰ ਗੁਣਨ ਵਡੇਰਾ। ਬਚਨਾਂ ਦੇ ਵਿੱਚ ਸ਼ਕਤੀ ਹੋਏਗੀ ਔਰ ਵੱਡਾ ਗੁਣੀ ਹੋਏਗਾ। ਅਚਰਜ ਉਦੇ ਸਿੰਘ ਸੁਨ ਹੋਇ ਕੈ। ਭਾਈ ਉਦੈ ਸਿੰਘ ਜੀ ਬੜੇ ਅਚਰਜ ਹੋਏ ਸੁਣ ਕਰਕੇ। ਪੂਜਨ ਕਰੇ ਆਪਨ ਹਿਤ ਪੈਕੈ। ਔਰ ਭਾਈ ਉਦੈ ਸਿੰਘ ਜੀ ਫਿਰ ਮਹਾਰਾਜਿਆਂ ਨੂੰ ਪੁੱਛਦੇ ਹਨ। ਸ੍ਰੀ ਪ੍ਰਭ ਭੂਤ ਭਵਿਖਯਤ ਗਿਆਤਾ। ਸਤਿਗੁਰੂ ਜੀ ਆਪ ਜੀ ਤਿੰਨਾਂ ਕਾਲਾਂ ਦੇ ਗਿਆਤਾ ਹੋ। ਕੀ ਹੋਣਾ ਹੈ, ਕੀ ਹੋਇਆ ਹੈ, ਆਉਣ ਵਾਲੇ ਸਮੇਂ ਅੰਦਰ ਮਹਾਰਾਜ ਤਿੰਨਾਂ ਸਮਿਆਂ ਦੇ ਵਿੱਚ ਹੀ ਆਪ ਜੀ ਨੂੰ ਗਿਆਨ ਹੈ। ਜਤਾ ਪੱਤਰ ਫਲ ਕਰ ਪਰ ਜਾਤਾ। ਔਰ ਜਿਵੇਂ ਮਹਾਰਾਜ ਜੀ ਬੇਰੀ ਦਾ ਜਿਹੜਾ ਬੇਰ ਹੈ, ਬਦਰ ਫਲ, ਬੇਰੀ ਦਾ ਫਲ ਹੱਥ ਤੇ ਰੱਖਿਆ ਹੋਵੇ, ਕਿਉਂਕਿ ਸਾਹਮਣੇ ਦਿਖਦਾ ਹੈ, ਤਲੀ ਤੇ ਰੱਖਿਆ ਹੋਇਆ। ਮਹਾਰਾਜ ਆਪ ਜੀ ਨੂੰ ਪ੍ਰਤੱਖ ਸਭ ਕੁਝ ਦਿਸ ਰਿਹਾ ਹੈ। ਕਰੋ ਬਤਾਵਨ ਕੁਛ ਗਤ ਮੇਰੀ। ਮਹਾਰਾਜ ਮੇਰੇ ਹਿਰਦੇ ਦੀ ਇੱਛਾ ਹੈ, ਦੱਸਣਾ ਕਰੋ। ਕਹਾਂ ਜਨਮ ਕੋ ਧਰ ਹੋ ਫੇਰੀ। ਇਹ ਦੁਬਾਰਾ ਫਿਰ ਜਨਮ ਕਿਉਂ ਲਵੇਗੀ? ਪ੍ਰਿਯ ਸੇਵਕ ਤੇ ਸੁਨਤ ਉਚਾਰੀ। ਔਰ ਮਹਾਰਾਜਿਆਂ ਨੇ ਆਪਣੇ ਸੇਵਕ ਤੋਂ ਸੁਣ ਕੇ ਬਚਨ ਕਰਦੇ ਹਨ। ਪੰਥ ਖਾਲਸੇ ਕੀ ਸਿਰਦਾਰੀ। ਖਾਲਸਾ ਪੰਥ ਦੀ ਜੋ ਸਿਰਦਾਰੀ ਹੈ। ਚਾਰ ਬਾਰ ਲੈ ਕਰ ਹੋਏ ਮਾਲਿਕ। 4 ਬਾਰ ਇਹ ਸਰਦਾਰੀ ਲੈ ਕਰਕੇ ਇਹ ਮਾਲਕ ਬਣੇਗੀ। ਕਰਹਿ ਰਾਜ ਭਾਰੀ ਮਹਿ ਪਾਲਕ। ਔਰ ਭਾਰੀ ਰਾਜ ਜਿਹੜਾ ਹੈ, ਰਾਜਾ ਹੋ ਕਰਕੇ, ਮਹਿਪਾਲਕ ਰਾਜਾ ਹੋ ਕਰਕੇ ਭਾਰੀ ਰਾਜ ਕਰੇਗੀ। ਹੋਏ ਕਰਤਾਰ ਕੋ ਇਮਹੀ ਭਾਣਾ। ਇਹ ਕਰਤਾਰ ਦਾ ਭਾਣਾ ਹੈ, ਉਹਦੀ ਰਜਾ ਹੈ। ਰਾਜ ਖਾਲਸਾ ਕਰਹਿ ਮਹਾਨਾ। ਔਰ ਖਾਲਸਾ ਸਾਡਾ ਰਾਜ ਕਰੇਗਾ। ਇਮ ਕਹਿ ਸਤਿਗੁਰ ਚੜ ਕਰ ਚਲੇ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋਏ ਹਨ। ਤੇਰਾ ਆਨ ਕਰਿਓ ਇੱਕ ਥਲੇ। ਅੱਗੇ ਫਿਰ ਆ ਕੇ ਮਹਾਰਾਜਿਆਂ ਨੇ ਇੱਕ ਥਾਂ ਤੇ ਡੇਰਾ ਕੀਤਾ ਹੈ। ਕਰਮ ਕਰਮ ਮਗ ਉਲੰਘ ਕਰ ਆਏ। ਕਰਮ ਦਰ ਕਰਮ ਚਲਦਿਆਂ ਮਾਰਗ ਲੰਘ ਕਰਕੇ ਸਤਿਗੁਰੂ ਜੀ ਆਏ ਹਨ। ਬਸੈ ਗ੍ਰਾਮ ਚਮਕੌਰ ਜਿਥਾਏ। ਸ੍ਰੀ ਚਮਕੌਰ ਸਾਹਿਬ ਵਿਖੇ ਮਹਾਰਾਜ ਜੀ ਜਦੋਂ ਕੁਰੂਕਸ਼ੇਤਰ ਤੋਂ ਆਏ, ਇੱਥੇ ਮਹਾਰਾਜਿਆਂ ਦੇ ਚਰਨ ਪਏ ਔਰ ਇੱਥੇ ਸਤਿਗੁਰੂ ਜੀ ਪਹੁੰਚੇ ਹਨ ਚਮਕੌਰ ਸਾਹਿਬ ਦੀ ਧਰਤੀ ਤੇ।
ਉਤਰ ਪਰੇ ਕਰ ਬੇਹਿਤ ਡੇਰਾ। ਮਹਾਰਾਜਿਆਂ ਨੇ ਉਤਾਰਾ ਕੀਤਾ ਹੈ, ਇੱਥੇ ਹੀ ਡੇਰਾ ਕੀਤਾ ਹੈ। ਆਇਓ ਸਕਲ ਵਹੀਰ ਪਛੇਰਾ। ਪਿੱਛੇ ਪਿੱਛੇ ਗੁਰੂ ਸਾਹਿਬ ਜੀ ਦੀ ਵਹੀਰ ਪਹੁੰਚੀ ਹੈ। ਸਗਲ ਤੁਰੰਗਮ ਦੇ ਲਗਾਏ। ਔਰ ਸਾਰੇ ਜਿਹੜੇ ਘੋੜੇ ਸਨ, ਮਹਾਰਾਜਿਆਂ ਦਾ ਘੋੜਾ ਔਰ ਫੌਜਾਂ ਨੇ ਆਪੋ ਆਪਣੇ ਘੋੜੇ ਜਿਹੜੇ ਸੀ ਉਹ ਚਰਨ ਵਾਸਤੇ ਛੱਡ ਦਿੱਤੇ। ਇੱਥੇ ਮਹਾਰਾਜ ਜੀ ਕੁਝ ਸਮਾਂ ਠਹਿਰਦੇ ਹਨ ਚਮਕੌਰ ਸਾਹਿਬ ਦੀ ਧਰਤੀ 'ਤੇ, ਜਦੋਂ ਸਤਿਗੁਰੂ ਜੀ ਕੁਰੂਕਸ਼ੇਤਰ ਤੋਂ ਚੱਲ ਕਰਕੇ ਆਏ। ਅੱਗੇ ਜਿਵੇਂ ਮਹਾਰਾਜ ਜੀ ਕੌਤਕ ਵਰਤਾ ਰਹੇ, ਕੱਲ੍ਹ ਦੇ ਪ੍ਰਕਰਣ ਵਿੱਚ ਆਪਾਂ ਸਰਵਣ ਕਰਾਂਗੇ। ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ ਮਨ ਵਿੱਚ ਵਸਾਈਏ, ਹਿਰਦੇ ਅੰਦਰ ਧਾਰਨ ਕਰੀਏ। ਸਭਨਾਂ ਦੇ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਜੀ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਬਿਨਾਸ। ਹੇ ਪੂਰਨ ਹੈ ਸਰਬ ਮੈਂ, ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਵਿਵੇਕ। ਹੇ ਅਪਰੰਪਰ ਹਰਿ ਹਰੇ, ਰਹਿ ਪੀ ਹੋਵਨ ਹਾਰ। ਹੇ ਸੰਤਾਂ ਕੈ ਸਦਾ ਸੰਗ, ਤਾਰਾ ਆਧਾਰ। ਹੇ ਠਾਕੁਰ ਹਉ ਦਸਰੋ, ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰੱਖੋ ਹੀਐ ਪਰੋਇ। ਆਏ ਪ੍ਰਭ ਸ਼ਰਨਾਗਤੀ, ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਸੁਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨ ਹਾਰ। ਸਗਲ ਦੁਆਰ ਕਉ ਛਾੜ ਕੈ, ਤੁਹਾਰ ਦੁਆਰ। ਵਾਹਿ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾੜ ਕੈ, ਤੁਹਾਰ ਦੁਆਰ। ਵਾਹਿ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।